तो होंगे। लो वापस चलते हैं स्टूडियो न्यूयॉर्क। ਮਨਿੰਦਰ ਜੀ ਹੁਣ ਨਿਸ਼ਾਨ ਸਾਹਿਬ ਦੀ ਸੇਵਾ ਸ਼ੁਰੂ ਹੋਣ ਵਾਲੀ ਆ ਤੇ ਗੋਲੀ ਦੇ ਸ਼ਾਟਸ ਲੈ ਕੇ ਲਾਂਬਾ ਦੀ ਸਮਾਗਮਾਂ ਦੇ ਉੱਤੇ ਗੁਰੂ ਦੀ ਅਪਾਰ ਬਖਸ਼ਿਸ਼ ਹੋਈ, ਗੁਰੂ ਦੀ ਅਪਾਰ ਕਿਰਪਾ ਦੇ ਨਾਲ ਅੱਜ ਇਹ ਜੋ ਯੂਬਾ ਸਿਟੀ ਦੇ ਵਿੱਚ ਇੱਕ ਇਤਿਹਾਸਕ ਸਮਾਗਮ ਸਜਾਏ ਗਏ ਹਨ ਔਰ ਉਹਨਾਂ ਸਮਾਗਮਾਂ ਦੇ ਵਿੱਚ ਅੱਜ ਦੇ ਦਿਨ ਜੋ ਨਿਸ਼ਾਨ ਸਾਹਿਬ ਲਹਿਰਾਇਆ ਜਾਣਾ ਹੈ, ਜੋ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਹੈ, ਇਹ ਵੀ ਇੱਕ ਇਤਿਹਾਸਕ ਕਾਰਜ ਹੈ ਜਿਸ ਦਾ ਕਮਾਲ ਹੈ। ਅਸੀਂ ਰੋਜ਼ ਅਰਦਾਸ ਕਰਦੇ ਹਾਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਦਰਅਸਲ ਸ਼ਾਇਦ ਦੁਨੀਆ ਭਰ ਦੇ ਵਿੱਚ ਕੋਈ ਹੋਰ ਕੌਮ ਆਪਣੇ ਫਲੈਗ ਝੰਡੇ ਜਾਂ ਨਿਸ਼ਾਨ ਸਾਹਿਬ ਦੀ ਗੱਲ ਇਸ ਤਰੀਕੇ ਦੇ ਨਾਲ ਨਹੀਂ ਕਰਦੀ। ਸਾਡਾ ਸਾਰਾ ਕੁਝ ਵਿਲੱਖਣ ਹੈ, ਖਾਲਸਾ ਨਿਆਰਾ ਹੈ। ਇਸ ਨਿਆਰੇ ਖਾਲਸੇ ਦਾ ਬੋਲਬਾਲਾ ਵੀ ਨਿਆਰਾ ਹੈ, ਇਸ ਦੇ ਨਿਸ਼ਾਨ ਵੀ ਨਿਆਰੇ ਹਨ। ਗੁਰੂ ਸਾਹਿਬ ਨੇ ਜਦੋਂ ਇਸ ਮੀਰੀ ਔਰ ਪੀਰੀ ਦੇ ਸਾਜਨਾ ਕੀਤੀ, ਜਦੋਂ ਮੀਰੀ ਔਰ ਪੀਰੀ ਦੀ ਸਾਜਨਾ ਕੀਤੀ, ਉਹਦੇ ਵਿੱਚ ਇੱਕ ਕਮਾਲ ਦੀ ਗੱਲ ਸੀ ਕਿ ਉਹਨਾਂ ਨੇ ਨਿਸ਼ਾਨ ਸਾਹਿਬ ਵੀ ਦਿੱਤਾ। ਜਿੱਥੇ ਵੀ ਜਦੋਂ ਵੀ ਨਿਸ਼ਾਨ ਸਾਹਿਬ ਬਣਾਇਆ ਜਾਂਦਾ ਹੈ, ਜਦੋਂ ਵੀ ਨਿਸ਼ਾਨ ਸਾਹਿਬ ਸਜਾਇਆ ਜਾਂਦਾ ਹੈ, ਉਹਦਾ ਮਕਸਦ ਹੈ ਦਰਅਸਲ ਸਤਿਗੁਰ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਹਨ। ਉਹ ਲੋਕ ਪਰਲੋਕ ਦੇ ਸਹਾਈ ਹਨ। ਉਹ ਕੇਵਲ ਇਸ ਲੋਕ ਦੇ ਨਹੀਂ, ਉਹ ਪਰਲੋਕ ਦੇ ਵੀ ਸਹਾਈ ਹਨ। ਇਸ ਲਈ ਕੋਈ ਵੀ ਬਾਦਸ਼ਾਹ ਜਦੋਂ ਚੱਲਦਾ ਹੈ ਉਸ ਦੇ ਨਾਲ ਦੋ ਚੀਜ਼ਾਂ ਜ਼ਰੂਰ ਹੋਣਗੀਆਂ। ਉਹਦੇ ਨਾਲ ਉਸ ਦਾ ਫਲੈਗ ਹੋਏਗਾ, ਉਹਦੇ ਨਾਲ ਉਹਦਾ ਨਗਾਰਾ ਹੋਏਗਾ। ਇਸੇ ਲਈ ਰਹਿਤ ਮਰਿਆਦਾ ਦੇ ਵਿੱਚ ਪਰਪੱਕ ਕੀਤਾ ਗਿਆ ਕਿ ਜਿੱਥੇ ਵੀ ਅਗਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਨਿਸ਼ਾਨ ਸਾਹਿਬ ਜ਼ਰੂਰ ਹੋਏਗਾ। ਪਰ ਇੱਕ ਗੱਲ ਕਮਾਲ ਹੈ ਕਿ ਜਿਸ ਤਰੀਕੇ ਦੇ ਨਾਲ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਹੈ, ਇਹ ਦੁਨੀਆ ਦੇ ਵਿੱਚ ਇਸ ਦਾ ਕੋਈ ਮੁਕਾਬਲਾ ਨਹੀਂ, ਇਸ ਦਾ ਕੋਈ ਸਾਨੀ ਨਹੀਂ। ਗੁਰੂ ਸਾਹਿਬ ਦੇ ਇਸ ਪਾਵਨ ਨਿਸ਼ਾਨ ਦੀ ਇਹਦੀ ਬਣਤਰ ਕਿਸੇ ਹੋਰ ਦੁਨੀਆ ਦੇ ਝੰਡੇ ਦੇ ਵਿੱਚ ਐਸਾ ਨਹੀਂ ਹੈ ਕਿ ਉਸ ਦਾ ਚੋਲਾ ਹੋਏ। ਜੇਕਰ ਨਿਸ਼ਾਨ ਸਾਹਿਬ ਨੂੰ ਦੇਖੀਏ, ਇਹਦਾ ਇੱਕ ਬਕਾਇਦਾ ਚੋਲਾ ਹੈ। ਜਿਵੇਂ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਹਰ ਸਿੱਖ ਰਜਿਆ ਕੱਜਿਆ ਤੇ ਸਜਿਆ ਰਹਿਣਾ ਚਾਹੀਦਾ ਹੈ। ਨਿਸ਼ਾਨ ਸਾਹਿਬ ਨੂੰ ਹੋਏ ਉਹਦਾ ਚੋਲਾ ਹੈ। ਜੇ ਗੁਰੂ ਗ੍ਰੰਥ ਸਾਹਿਬ ਹੋਏ, ਦੁਨੀਆ 'ਚ ਹੋਰ ਕਈ ਕਿਤਾਬਾਂ ਹਨ, ਕਈ ਗ੍ਰੰਥ ਹਨ, ਪਰ ਜਿਸ ਤਰੀਕੇ ਦੇ ਨਾਲ ਬਕਾਇਦਾ ਰੁਮਾਲੇ ਔਰ ਉਹਨਾਂ ਦੇ ਵਿੱਚ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਸਜਾਇਆ ਜਾਂਦਾ ਹੈ, ਸੰਭਾਲਿਆ ਜਾਂਦਾ ਹੈ, ਸੁਖਾਸਨ ਕੀਤਾ ਜਾਂਦਾ ਹੈ, ਇਹ ਵੀ ਵਿਲੱਖਣ ਹੈ। ਅੱਜ ਇਹ ਜੋ ਨਿਸ਼ਾਨ ਸਾਹਿਬ ਦੀ ਤੁਸੀਂ ਸੇਵਾ ਦੇਖ ਰਹੇ ਹੋ, ਇਹ ਜੋ ਹੋ ਰਹੀ ਹੈ, ਇਹ ਬਹੁਤ ਹੀ ਕਮਾਲ ਦੀ ਜੋ ਸੇਵਾ ਹੈ। ਨਿਸ਼ਾਨ ਸਾਹਿਬ ਦੇ ਬਾਰੇ ਜੇਕਰ ਗੱਲ ਕਰੀਏ ਤੇ ਜਿਵੇਂ ਪਹਿਲੇ ਵੀ ਕਿਹਾ ਹੈ ਕਵੀ ਨਿਹਾਲ ਸਿੰਘ ਜੀ ਦੀ ਸਿਰਫ 2 ਲਾਈਨਾਂ ਕਿ ਦੀਵਾਨ ਜਿੱਥੇ ਹੋਏਗਾ, ਜਿੱਥੇ ਗੁਰੂ ਗ੍ਰੰਥ ਸਾਹਿਬ ਹੋਏਗਾ, ਉੱਥੇ ਨਿਸ਼ਾਨ ਹੋਏਗਾ, ਉੱਥੇ ਦੀਵਾਨ ਹੋਣਗੇ। ਲਾਗਤੇ ਦੀਵਾਨ ਰਹੇ, ਗਾਵਤੇ ਸੁਜਾਨ ਰਹੇ, ਝੂਲਤੇ ਨਿਸ਼ਾਨ ਰਹੇ, ਪੰਥ ਮਹਾਰਾਜ ਕੇ। ਇਹ ਪੰਥ ਮਹਾਰਾਜ ਦਾ ਨਿਸ਼ਾਨ ਹੈ ਜਿਹੜਾ ਕਿ ਬਕਾਇਦਾ ਚਲਾਇਆ ਜਾਂਦਾ। ਇਸ ਨਿਸ਼ਾਨ ਸਾਹਿਬ ਦੀ ਇੱਕ ਹੋਰ ਵਿਲੱਖਣ ਗੱਲ ਹੈ, ਤੁਸੀਂ ਇਸ ਦੀ ਬਣਤਰ ਦੇਖੋ। ਠੀਕ ਹੈ, ਅਸੀਂ ਨਾਮ ਦੇ ਉਪਾਸ਼ਕ ਹਾਂ, ਅਕਾਲ ਪੁਰਖ ਨਾਮ ਦਾ ਮੁਜੱਸਮਾ ਹੈ, ਬਾਣੀ ਨਿਰੰਕਾਰ ਹੈ। ਪਰ ਜੇ ਤੁਸੀਂ ਕਿਸੇ ਵੀ ਗੁਰਦੁਆਰਾ ਸਾਹਿਬ ਨੂੰ ਦੇਖੋਗੇ ਤਾਂ ਸਭ ਤੋਂ ਪਹਿਲਾਂ ਦੂਰੋਂ ਤੁਹਾਨੂੰ ਨਿਸ਼ਾਨ ਸਾਹਿਬ ਨਜ਼ਰ ਆਏਗਾ। ਨਿਸ਼ਾਨ ਸਾਹਿਬ ਦੇ ਉੱਤੇ ਵੀ ਤੁਹਾਨੂੰ ਸਭ ਤੋਂ ਉੱਤੇ ਇੱਕ ਖੰਡਾ ਨਜ਼ਰ ਆਏਗਾ। 2 ਤਾਰਾ ਖੰਡਾ ਹੈ ਜੋ ਉਸ ਨਿਸ਼ਾਨ ਸਾਹਿਬ ਦੇ ਉੱਤੇ ਵੀ ਹੈ। ਇਹ ਨਿਸ਼ਾਨੀ ਹੈ ਅਕਾਲ ਪੁਰਖ ਦੀ, ਕਿਉਂਕਿ ਵਾਹਿਗੁਰੂ ਭਗਉਤੀ ਦਾ ਚਿੰਨ੍ਹ ਹੈ, ਉਹ ਵੀ ਦੇਗ ਔਰ ਤੇਗ ਦਾ ਚਿੰਨ੍ਹ ਹੈ। ਦੇਗ ਤੇਗ ਫਤਿਹ ਦੀ ਗੱਲ, ਉਹ ਚਿੰਨ੍ਹ ਨਿਸ਼ਾਨ ਸਾਹਿਬ ਦੇ ਉੱਤੇ ਸਜਾਇਆ ਜਾਂਦਾ ਹੈ। ਉਸ ਨਿਸ਼ਾਨ ਸਾਹਿਬ ਦੇ ਵਿਚਕਾਰ, ਉਸ ਦੇ ਥੱਲੇ, ਉਸ ਖੰਡੇ ਦੇ ਥੱਲੇ ਜੋ ਬਣਾਇਆ ਜਾਂਦਾ ਹੈ ਨਿਸ਼ਾਨ ਸਾਹਿਬ ਦਾ ਡਿਜ਼ਾਈਨ ਹੈ, ਉਸ ਦੀ ਜੋ ਦਿੱਖ ਹੈ ਉਹ ਤੁਸੀਂ ਵੇਖੋ। ਉਹ
ਬਸੰਤੀ ਰੰਗ ਦਾ ਰਹਿਤ ਮਰਿਆਦਾ ਵਿੱਚ ਦੋ ਨਿਸ਼ਾਨ ਸਾਹਿਬ ਦੇ ਰੰਗ ਪ੍ਰਵਾਨ ਹੈ, ਜਾਂ ਬਸੰਤੀ ਜਾਂ ਸੁਰਮਈ। ਸੁਰਮਈ ਰੰਗ ਹੁੰਦਾ ਹੈ ਜਿਹੜਾ ਕਿ ਨੀਲੇ ਰੰਗ ਦਾ, ਉਸ ਨੂੰ ਬਸੰਤੀ ਰੰਗ ਕਿਹਾ ਜਾਂਦਾ ਹੈ, ਉਸ ਨੂੰ ਸੁਰਮਈ ਕਿਹਾ ਜਾਂਦਾ ਹੈ। ਸੋ ਬਸੰਤੀ ਜਾਂ ਸੁਰਮਈ ਰੰਗ, ਇਹਨਾਂ ਦੋ ਰੰਗਾਂ ਦੇ ਵਿਚਕਾਰ ਇਹ ਜੋ ਨਿਸ਼ਾਨ ਸਾਹਿਬ ਬਣਾਏ ਜਾਂਦੇ ਹਨ, ਔਰ ਇਸ ਦੇ ਵਿਚਕਾਰ ਜੋ ਨਿਸ਼ਾਨ ਹੈ ਉਸ ਦੇ ਵਿੱਚ ਖੰਡੇ ਹੈ, ਕਿਰਪਾਨਾਂ ਹੈ, ਇੱਕ ਗੋਲ ਚੱਕਰ ਹੈ ਔਰ ਵਿਚਕਾਰ ਖੰਡਾ ਹੈ, ਦੋ ਤਾਰਾ ਖੰਡਾ ਹੈ, ਨਾਲ ਉਹਦੇ ਕਿਰਪਾਨਾਂ ਹਨ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਉਹਦੇ ਵਿੱਚ ਹੈ। ਇਸ ਦੇ ਬਾਰੇ ਗੁਰੂ ਕਲਗੀਧਰ ਪਿਤਾ ਨੇ ਖੁਦ ਇਸ ਨੂੰ ਅਸਕੇਤ ਕਿਹਾ, ਇਸ ਨੂੰ ਖੜਗ ਕੇਤ ਕਿਹਾ। ਉਹ ਨਿਸ਼ਾਨ, ਉਹ ਝੰਡਾ ਜਿਹਦੇ ਵਿੱਚ ਕਿਰਪਾਨਾਂ ਦਾ ਨਿਸ਼ਾਨ ਹੈ, ਉਹ ਨਿਸ਼ਾਨ ਸਾਹਿਬ, ਉਹ ਝੰਡਾ ਜਿਹਦੇ ਵਿੱਚ ਤਲਵਾਰਾਂ ਦਾ ਨਿਸ਼ਾਨ ਹੈ, ਉਸ ਨੂੰ ਅਸਕੇਤ ਕਿਹਾ। ਸ੍ਰੀ ਅਸਕੇਤ ਜਗਤ ਕੇ ਈਸਾ, ਜਿਸ ਨੂੰ ਅਸਕੇਤ, ਖੜਗ ਕੇਤ, ਖੜਗ ਧੁਜ, ਅਸ ਧੁਜ ਕਹਿ ਕੇ ਗੁਰੂ ਸਾਹਿਬ ਨੇ ਜਿਸ ਦਾ ਸਨਮਾਨ ਕੀਤਾ, ਔਰ ਗੁਰੂ ਸਾਹਿਬ ਨੇ ਖੁਦ ਬਚਨ ਕੀਤੇ, ਜੇ ਪੂਜਾ ਅਸਕੇਤ ਕੀ ਨਿਤ ਪ੍ਰਤ ਕਰੇ ਬਣਾਏ, ਤਿਨ ਕਰ ਆਪਣੋ ਹਾਥ ਦੇ ਅਸਤੁਜ ਲੇਤ ਬਚਾਏ। ਇਹ ਨਿਸ਼ਾਨ ਔਰ ਨਗਾਰੇ ਦੀ ਮਹਾਨਤਾ ਹੈ। ਨਿਸ਼ਾਨ ਸਾਹਿਬ ਵਿੱਚ ਖੰਡੇ, ਕਿਰਪਾਨਾਂ, ਚੱਕਰ, ਇਹ ਰਾਜ ਦੀ ਨਿਸ਼ਾਨੀ ਹੈ। ਜੇਕਰ ਗੁਰੂ ਨਾਨਕ ਸਾਹਿਬ ਦੀ ਉਹ ਮਹਾਨ ਬਖਸ਼, ਜਿਸੇ ਉਹਨਾਂ ਦੇ ਵਿਸਮਾਦਵਾਦ ਦੀ, ਉਹਨਾਂ ਦੇ ਰਹੱਸਵਾਦ ਦੀ ਕਮਾਲ ਹੈ ਕਿ ਜਦੋਂ ਗੁਰੂ ਸਾਹਿਬ ਨੇ ਇਹ ਹੁਕਮ ਕੀਤਾ, ਜਦੋਂ ਉਹਨਾਂ ਨੇ ਦੱਸਿਆ, ਗੁਰੂ ਨਾਨਕ ਸਾਹਿਬ ਨੇ ਚੰਗੇ ਬੰਦਿਆਂ ਨੂੰ ਕਿਹਾ ਕਿ ਤੁਸੀਂ ਉਜੜ ਜਾਓ, ਇਹ ਗੁਰੂ ਦੀ ਬਖਸ਼ਿਸ਼ ਹੀ ਕਹੀ ਜਾਏਗੀ। ਪੰਜਾਬ ਦੀ ਧਰਤੀ ਤੋਂ ਇਤਨੀ ਦੂਰ ਆ ਕੇ ਗੁਰੂ ਦੀ ਉਸ ਨਿਸ਼ਾਨ ਨੂੰ, ਗੁਰੂ ਦੀ ਇਸ ਨਿਸ਼ਾਨੀ ਨੂੰ, ਗੁਰੂ ਦੀ ਇਸ ਬਖਸ਼ਿਸ਼ ਨੂੰ, ਗੁਰੂ ਦੇ ਉਸ ਨਿਸ਼ਾਨ ਔਰ ਨਗਾਰੇ ਨੂੰ ਆਪਣੇ ਨਾਲ ਲੈ ਕੇ ਆਣਾ, ਇਹ ਗੁਰੂ ਦੇ ਪ੍ਰਤੀ ਇੱਕ ਸਾਡਾ ਕਰਜ਼ ਹੈ, ਇੱਕ ਸਾਡਾ ਫਰਜ਼ ਹੈ ਜਿਹੜਾ ਅਸੀਂ ਪੂਰਾ ਕਰਨਾ ਹੈ। ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਵੀ ਹੋਏ ਉੱਥੇ ਨਿਸ਼ਾਨ ਸਾਹਿਬ ਜ਼ਰੂਰ ਹੋਏ। ਹਰ ਕੌਮ ਦਾ, ਹਰ ਫੌਜ ਦਾ, ਹਰ ਦੇਸ਼ ਦਾ ਆਪਣਾ ਨਿਸ਼ਾਨ ਹੈ। ਨਿਸ਼ਾਨ ਲਫ਼ਜ਼ ਫਾਰਸੀ ਦਾ ਹੈ, ਜਿਸ ਦਾ ਅਰਥ ਹੈ ਝੰਡਾ, ਤੁਜਾ, ਚਿੰਨ, ਜਿਹਨੂੰ ਫਲੈਗ ਕਿਹਾ ਜਾਂਦਾ ਹੈ। ਗੁਰਮਤਿ ਜਿਸ ਨੂੰ ਝੰਡਾ ਸਾਹਿਬ, ਨਿਸ਼ਾਨ ਸਾਹਿਬ, ਅਕਾਲੀ ਤੁਜਾ ਜਾਂ ਨਿਸ਼ਾਨ ਸਾਹਿਬ ਕਿਹਾ ਜਾਂਦਾ ਹੈ। ਪਰ ਇਹ ਨਿਸ਼ਾਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਤੋਂ ਆਰੰਭ ਹੋਏ, ਪਰ ਗੁਰੂ ਅਮਰਦਾਸ ਜੀ ਵੇਲੇ ਦੇ ਜਿਹੜੇ ਭੱਟਾਂ ਨੇ ਸਵਈਏ ਰਚੇ, ਉਸ ਵਿੱਚ ਵੀ ਵਚਨ ਕੀਤੇ, ਜਿਸ ਧੀਰਜ ਤੁਰ ਤਬਲ ਤੁਜਾ ਸੇਤ ਬੈਕੁੰਠ ਬੀਣਾ। ਇਹ ਧਰਮ ਤੁਜਾ ਦੀ ਗੱਲ, ਇਹ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ। ਝੰਡਾ ਝੂਲਣਾ ਚਾਹੀਦਾ, ਪਰ ਧਰਮ ਦਾ ਝੰਡਾ, ਉਹ ਧਰਮ ਦੀ ਤੁਜਾ, ਇਹ ਉਸ ਦੇ ਉੱਤੇ ਹੋਏਗੀ। ਆਰੰਭ ਦੇ ਵਿੱਚ, ਸ਼ੁਰੂ ਵਿੱਚ ਗੁਰੂ ਨਾਨਕ ਸਾਹਿਬ ਦੇ ਵੇਲੇ ਇਹਨਾਂ ਨਿਸ਼ਾਨ ਸਾਹਿਬ ਦੇ ਉੱਤੇ ਇੱਕ ਓਂਕਾਰ ਲਫ਼ਜ਼ ਉਕਰਿਆ ਹੁੰਦਾ ਸੀ, ਪਰ ਬਾਅਦ ਵਿੱਚ ਮੀਰੀ ਪੀਰੀ ਦੇ ਮਾਲਕ ਦੇ ਵੇਲੇ ਇਸ ਦਾ ਨਿਸ਼ਾਨ ਦਾ ਰੰਗ ਵੀ ਬਦਲੀ ਹੋਇਆ ਔਰ ਇਸ ਦਾ ਡਿਜ਼ਾਈਨ ਵੀ ਬਦਲੀ ਹੋਇਆ। ਦਰਅਸਲ ਜਦੋਂ ਇਹ ਨਿਸ਼ਾਨ ਸਾਹਿਬ ਦੇ ਲਹਿਰਾਇਆ ਜਾਂਦਾ ਹੈ, ਫੁਨ ਧਰਮ ਤੁਜਾ ਫਰਹੰਤ ਸਦਾ ਗਗ ਪੁੰਜ ਤਰੰਗ ਨਿਵਾਰਨ ਕੋ, ਇਹ ਜੋ ਧਰਮ ਤੁਜਾ ਹੈ, ਧਰਮ ਤੁਜਾ ਅਰਜਨ ਹਰ ਭਗਤਾ, ਇਹ ਗੁਰੂ ਅਰਜਨ ਸਾਹਿਬ ਦੇ ਵੇਲੇ ਤੋਂ, ਬਲਕਿ ਇਸ ਦੀ ਧਰਮ ਤੁਜਾ ਦੀ ਗੱਲ ਗੁਰੂ ਨਾਨਕ ਸਾਹਿਬ ਤੋਂ ਹੋਈ, ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਹੋਈ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜ਼ਿਕਰ ਆਇਆ। ਪਰ ਇੱਕ ਗੱਲ ਕਮਾਲ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਨਿਸ਼ਾਨ ਸਾਹਿਬ ਅਕਾਲ ਤਖਤ ਸਾਹਿਬ ਦੇ ਸਾਹਮਣੇ ਵੀ ਚਲਾਇਆ ਗਿਆ, ਔਰ ਇੱਕ ਨਹੀਂ ਬਲਕਿ ਦੋ ਨਿਸ਼ਾਨ ਸਾਹਿਬ ਲਹਿਰਾਏ ਗਏ, ਇੱਕ ਅਕਾਲ ਤਖਤ ਸਾਹਿਬ ਦਾ ਔਰ ਦੂਸਰਾ ਹਰਮੰਦਰ ਸਾਹਿਬ ਦਾ। ਤੁਸੀਂ ਅੱਜ ਵੀ ਦਰਬਾਰ ਸਾਹਿਬ ਦੇ ਦਰਸ਼ਨੋਂ ਜਾਓ, ਉੱਥੇ ਤੁਹਾਨੂੰ ਦੋ ਨਿਸ਼ਾਨ ਸਾਹਿਬ ਨਜ਼ਰ ਆਣਗੇ। ਪਹਿਲਾ ਨਿਸ਼ਾਨ ਸਾਹਿਬ ਜੋ ਤੁਹਾਨੂੰ ਨਜ਼ਰ ਆਏਗਾ ਉਹ ਹਰਮੰਦਰ ਸਾਹਿਬ ਦਾ, ਪਰ ਉਸ ਦੇ ਨਾਲ ਹੀ ਦੂਸਰਾ ਨਿਸ਼ਾਨ ਸਾਹਿਬ ਜੋ ਹੈ ਉਹ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦਾ। ਇਹ ਮੀਰੀ ਔਰ ਪੀਰੀ ਦੇ ਦੋ ਨਿਸ਼ਾਨ ਹਨ, ਪਰ ਇੱਕ ਗੱਲ ਬੜੀ ਵਿਲੱਖਣ ਹੈ, ਜਿਹੜਾ ਨਿਸ਼ਾਨ ਸਾਹਿਬ ਤੁਹਾਡਾ ਹੈਗਾ ਉੱਥੇ ਦਾ ਹਰਮੰਦਰ ਸਾਹਿਬ ਦਾ, ਉਹ ਨਿਸ਼ਾਨ ਸਾਹਿਬ ਉਚਾਈ ਵਿੱਚ ਤਕਰੀਬਨ 1.5 ਫੁੱਟ ਉੱਚਾ ਹੈ ਅਕਾਲ ਤਖਤ ਸਾਹਿਬ ਤੋਂ। ਧਰਮ ਜੋ ਹੈ ਉਹ ਰਾਜਨੀਤੀ ਤੋਂ ਉੱਤੇ ਹੈ। ਅਸੀਂ ਤੁਹਾਡੇ ਨਾਲ ਬੜੇ ਰਵਾਂਗੇ ਇਸ ਨਿਸ਼ਾਨ ਸਾਹਿਬ ਦੇ ਪਾਵਨ ਸੇਵਾ ਦੇ ਉੱਤੇ। ਆਪ ਸਭ ਨੂੰ ਲੱਖ ਲੱਖ ਵਧਾਈ ਦਿੰਦਿਆਂ ਝੂਲਤੇ ਨਿਸ਼ਾਨ ਰਹੇ
ਪੰਥ ਮਹਾਰਾਜ ਕੇ ਦੇ ਸਨੇਹ ਨਾਲ ਆਓ ਤੁਹਾਨੂੰ ਮੁੜ ਵਾਪਸ ਯੂਬਾ ਸਿਟੀ ਲੈ ਚਲਦੇ ਹਾਂ। ਓਵਰ ਟੂ ਯੂਬਾ ਸਿਟੀ।
सतगुर की सेवा सफल है। ये तो करे चित लाए, सतगुर की सेवा सफल है। ये तो करे चित लाए, मन चिंदया मन पावना, 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 मन चिंदया मन पावना। हਉ मैं विचों जाए जाए, हਉ मैं विचों जाए, सतगुर की सेवा सफल है। ये तो करे चित लाए, सतगुर की सेवा सफल है। ये तो करे चित लाए, इस जग में नाम अलग है, इस जग में नाम अलग है, इस जग में नाम अलग है, इस जग में नाम अलग है। गुरमुख वसै मन आए आए, गुरमुख वसै मन आए, सतगुर की सेवा सफल है। जे तो करे चित लाए, सतगुर की सेवा सफल है। जे तो करे चित लाए, जे तो करे चित लाए, जे तो करे चित लाए, सतगुर की सेवा सफल है। सतगुर की सेवा सफल है। वाहिगुरु 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 वाहिगुरु, सतगुर की सेवा सफल है। जे को करे चित लाए, सतगुर की सेवा सफल है। जे को करे चित लाए, नानक जो गुरु सेवै आपना, 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 हਉ तिन बलिहारे जाओ जाओ, हਉ तिन बलिहारे जाओ जाओ, हਉ तिन बलिहारे जाओ, सतगुर की सेवा सफल है। जे को करे चित लाए, सतगुर की सेवा सफल है। जे को करे चित लाए, जे को करे, जे को करे चित लाए।
मैं गुरचरणजीत सिंह लांबा एक बार मुड़ गुरु रूप खालसा गुरु रूप साध संगत के चरणों के विच फिर हाजिर हाँ। अज यूबा सिटी दे विच साहिब श्री गुरु ग्रंथ साहिब जी महाराज के पावन गुरता गद्दी के समागमां के आरंभता दे विच जो निशान साहब चलाउण दी निशान साहब लहराउण दी ये जो महान सेवा चल रही है, मैं देख रहा हाँ उत्थे किस तरीके दे नाल सब तो पहला निशान साहब दे जिस दे, क्योंकि वो जो निशान साहब का फर्रा है पर जिस दे उत्ते उसनूं टिकाया जाना है, जिस दे उत्ते चोला चढ़ाया जाना है, ये खुद एकदम विलक्षण चीज़ है। तुसीं एक पहले चीज़ वेखी है किस तरीके दे नाल जिस दे उत्ते निशान साहब चढ़ाया जाना है उस दे पाइप दे उत्ते उसनूं दुध दे नाल पानी दे नाल धोता गया। ये भी एक समझण वाली चीज़ है। हरमंदिर साहब दे विच भी या कदी भी किसी पावन जगह दे उत्ते पहला उसनूं दुध दे नाल धोता जांदा है। दुध नूं पवित्र मन्निया गया, हर थां दे विच दुध नूं अमृत भी कहा गया। दुध दी महानता है। हुण कई जेकर कोई सोचण लगे कि दुध दे नाल क्यों धोता, तुहानूं याद होएगा बचपन दे विच मां जदों धोंदी सी दही नाल सिर धोंदी सी। अज भी कहा जाता है दूधो नहाओ पूतो फलो। दुध की इन्नी महानता है कि दूध पूत के दवैया, गुरु गोबिंद सिंह साहब ने भी कहा। और ये जो दुध की महत्ता है अज भी जेकर कॉस्मैटिक्स की गल करिए तो उस दे विच भी जिन्ने चंगे कॉस्मैटिक्स है उन्हां दा बेस दुध ही हुंदा है, मिल्क उदा बेस हुंदा है। दरअसल ये दुध पवित्रता दी, स्वच्छता दी, अमृत की निशानी है। इसलिए सब तो पहले निशान साहब नूं भी या जदों हरमंदिर साहब दे विच भी जदों फर्श नूं धोता जांदा है तां उस नूं दुध दे नाल ही धोता जांदा है। उहनूं फिनाइल दे नाल नहीं धोता जांदा। जदों मां ने सिर धोता सी दही दे नाल धोता सी, फिनाइल दे नाल नहीं सी धोता। दूसरी गल, हुण इस दे उत्ते खंडा उस नूं बन्निया जाएगा। खंडा की है? दरअसल एक बहुत वड्डी सिद्धांत की गल साहिब श्री गुरु ग्रंथ साहिब गुरमत ने गुरु गोबिंद सिंह साहब ने की है कि संसार की सिरजना सब तो पहला खंडे तो हुई है। खंडा पृथ्वी साज के जिन सब संसार पाया। वाहिगुरु ने सब तो पहला मौत पैदा की है, खंडन वाली शक्ति पहला पैदा की है, उस तो बाद जीवन दिता है। जेड़ा मौत तो नहीं, मौत नूं प्रवान नहीं कर सकता, वो जी नहीं सकता। जीवन लई मौत चाहिदी है, मौत लई खंडा चाहिदा। गुरु साहब ने ये जिहड़ी गल कीती, पहला मरण कबूल, जिहड़ी गुरु साहब ने कहा जो तो प्रेम खेलन का चाओ सिर तर तली गली मेरी आओ, ये उस अगम्मी खंडे दी खंड खंड करने वाली शक्ति दा चिन्ह जो खंडा है, जो करपाना है, जिसका निशान दो तारा खंडा है, जिहड़ा गुरु साहब ने बख्शिश कीता। जदों तुसी निशान साहब वाल देखो तो किधरे दूरों सब तो पहला गुरुद्वारा साहब नज़र नहीं आएगा, गुरु घर नज़र नहीं आएगा, पर दूर किसी लोड़वंद नूं, किसी जिग्यासू नूं, किसी पांधी नूं सब तो पहला निशान साहब दा ओ झूलदा होया फर्रा नज़र आएगा। ये आवाज़ दे रहा है, आओ एक ऐसी थां है जिथे तुहानूं शरण मिलेगी, जिथे तुहाडी इज्जत दी हिफाजत की जाएगी, जिथे तुहानूं आत्मक ज्ञान मिलेगा, जिथे तुहानूं लंगर मिलेगा, जिथे तुहानूं रहण लई जगह मिलेगी, जिथे तुहानूं तुहाडे सारे कारज पूरे होणगे, तुहाडी आत्मा की खुराक मिलेगी, तुहाडी सरीरक लोड़ां पूरीआं कीतीआं जाणगीआं। जिस तरीके दे नाल समुंदर दे विच पंछी किधरे टिकण दे लई जदों कोई थां लभदे हन तां उहनां नूं दूर किधरे किसी जहाज़ दा मस्तूल नज़र आंदा है, उहनां नूं ओह एक उच्चा जिहा निशान नज़र आंदा है। दरअसल संसार सागर दे विच ये निशान साहब ही एक ऐसी थां है, जे कोई निशान साहब वेख के इस थां दे उत्ते पहुँच जाए तो उसनूं उहदियां सारियां लोक परलोक दीयां लोड़ां पूरीआं हुंदियां। साडा भी फर्ज है
कि ਜਿਹੜਾ ਨਿਸ਼ਾਨ ਸਾਹਿਬ ਨੂੰ ਵੇਖ ਕੇ ਆਇਆ, ਅਗਰ ਕੋਈ ਨਿਸ਼ਾਨ ਸਾਹਿਬ ਨੂੰ ਵੇਖ ਕੇ ਗੁਰੂ ਘਰ ਦੇ ਵਿੱਚ ਆਇਆ, ਜੇ ਨਿਸ਼ਾਨ ਸਾਹਿਬ ਨੂੰ ਵੇਖ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ, ਤਾਂ ਇਹ ਸਥਾਨ, ਇਸ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਹੈ। ਇਸ ਦਾ ਇਹ ਮਲਕੀਅਤ ਗੁਰੂ ਗ੍ਰੰਥ ਸਾਹਿਬ ਦੀ ਹੈ। ਇੱਥੋਂ ਉਸ ਨੂੰ ਹਰ ਚੀਜ਼ਾਂ ਉਹ ਮਿਲਣੀਆਂ ਚਾਹੀਦੀਆਂ। ਸਿੱਖਾਂ ਨੇ ਆਪਣੀ ਜਾਨ ਦੀ ਬਾਜ਼ੀ ਦੇ ਕੇ ਇਸ ਨਿਸ਼ਾਨ ਸਾਹਿਬ ਦੀ ਹਿਫਾਜ਼ਤ ਕੀਤੀ ਹੈ। ਕਈ ਲੋਕ ਇਸ ਤਰ੍ਹਾਂ ਵੀ ਸਮਝਦੇ ਹੈ, ਕਈ ਲੋਕਾਂ ਦੇ ਸ਼ਾਇਦ ਇਦਾਂ ਵੀ ਖਿਆਲ ਹੁੰਦੇ ਹੈ ਕਿ ਨਿਸ਼ਾਨ ਸਾਹਿਬ ਨੂੰ ਅਸੀਂ ਨਮਸਕਾਰ ਕਿਉਂ ਕਰੀਏ। ਗੁਰੂ ਸਾਹਿਬ ਨੇ ਨਮਸਕਾਰ ਤੋਂ ਵੀ ਅੱਗੇ ਜਾ ਕੇ ਉਹਨਾਂ ਨੇ ਤਾਂ ਇਹਦੀ ਪੂਜਾ ਤੱਕ ਦੀ ਗੱਲ ਕੀਤੀ। ਜੇ ਪੂਜਾ ਅਸਕੇਤ ਕੀ ਨਿਤ ਪ੍ਰਤ ਕਰੇ ਬਣਾਏ, ਤਿਨ ਕਰ ਆਪਣੋ ਹਾਥ ਦੇ ਅਸਦੁਜ ਲੇਤ ਬਚਾਏ। ਜਿਹੜੇ ਇਸ ਅਸਕੇਤ ਦੀ, ਖੜਗ ਕੇਤ ਦੀ, ਖੜਗ ਧੁਜ ਦੀ ਜਿਹੜੇ ਪੂਜਾ ਕਰਦੇ ਹਨ, ਜਿਹੜੇ ਇਸ ਦਾ ਸਤਿਕਾਰ ਕਰਦੇ ਹਨ, ਵਾਹਿਗੁਰੂ ਉਹਨਾਂ ਦਾ ਆਪ ਸਹਾਈ ਹੁੰਦਾ। ਜੇਕਰ ਨਾਸਤਕ, ਕਮਿਊਨਿਸਟ ਜਾਂ ਜਿਹੜੇ ਰੱਬ ਵਿੱਚ ਯਕੀਨ ਨਹੀਂ ਰੱਖਦੇ, ਉਹਨਾਂ ਮੁਲਕਾਂ ਦੇ ਵੀ ਆਪਣੇ ਝੰਡੇ ਹਨ ਜਿਨ੍ਹਾਂ ਦਾ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਉਹ ਵੀ ਆਪਣੇ ਝੰਡੇ ਨੂੰ ਸਲਾਮੀ ਦਿੰਦੇ ਹਨ। ਦਰਅਸਲ ਇਹ ਨਿਸ਼ਾਨ ਨਾ ਕਿ ਦੁਨੀਆ ਲਈ, ਲੋਕਾਂ ਲਈ ਤਾਂ ਇੱਕ ਰਾਜ ਦੀ ਨਿਸ਼ਾਨੀ ਹੋਏਗੀ, ਇੱਕ ਸੋਵਰਨਿਟੀ ਦਾ ਚਿੰਨ੍ਹ ਹੋਏਗਾ, ਪਰ ਸਾਡੇ ਲਈ ਇਹ ਰਾਜ, ਦੀਨ ਔਰ ਦੁਨੀ ਦੋਨਾਂ ਦੇ ਰਾਜ ਦੀ ਨਿਸ਼ਾਨੀ ਹੈ। ਪੰਥ ਦੀ ਆਜ਼ਾਦ ਹਸਤੀ ਦਾ ਚਿੰਨ੍ਹ ਹੈ। ਇਹ ਸਾਡੀ ਆਜ਼ਾਦ ਕੌਮੀ ਹਸਤੀ ਦਾ ਲਖਾਇਕ ਹੈ। ਇਸ ਨੂੰ ਸਲਾਮੀ ਦੇਣਾ, ਪੰਥ ਦੀ ਆਜ਼ਾਦ ਹਸਤੀ ਨੂੰ ਸਲਾਮੀ ਦੇਣਾ ਹੈ ਔਰ ਇਹ ਕਹਿਣਾ ਹੈ ਕਿ ਅਸੀਂ ਧਾਰਮਿਕ ਤੌਰ ਦੇ ਉੱਤੇ ਆਜ਼ਾਦ ਹਾਂ, ਅਸੀਂ ਇਸ ਨਿਸ਼ਾਨ ਸਾਹਿਬ ਦੇ ਥੱਲੇ ਹਾਂ। ਕਮਾਲ ਹੈ, ਇਤਿਹਾਸ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਅਨੰਦਪੁਰ ਸਾਹਿਬ ਦੀ ਦੂਸਰੀ ਜੰਗ ਵਿੱਚ ਭਾਈ ਆਲਮ ਸਿੰਘ ਜੀ ਉਹ ਨਿਸ਼ਾਨਚੀ ਸਨ। ਉਹਨਾਂ ਦੇ ਅੱਗੇ ਉਹਨਾਂ ਦੇ ਕੋਲ ਨਿਸ਼ਾਨ ਸਾਹਿਬ ਸੀ। ਭਾਈ ਸਾਹਿਬ ਅੱਗੇ ਲੰਘ ਗਏ ਤੇ ਦੁਸ਼ਮਣਾਂ ਦੇ ਘੇਰੇ ਵਿੱਚ ਆ ਗਏ। ਜਦੋਂ ਚਾਰੇ ਪਾਸਿਓਂ ਘਿਰ ਗਏ, ਮੁਗਲ ਫੌਜਦਾਰ ਨੇ ਉਹਨਾਂ ਨੂੰ ਲਲਕਾਰ ਕੇ ਕਿਹਾ ਕਿ ਭਾਈ ਇਹ ਝੰਡਾ ਸੁੱਟ ਦੇ। ਕੁਦਰਤੀ ਤੌਰ ਦੇ ਉੱਤੇ ਭਾਈ ਸਾਹਿਬ ਦਾ ਜਵਾਬ ਸੀ, ਇਹ ਕਦੇ ਨਹੀਂ ਹੋ ਸਕਦਾ। ਉਸ ਫੌਜਦਾਰ ਨੇ ਕਿਹਾ ਕਿ ਤੈਨੂੰ ਇਹ ਝੰਡਾ ਸੁੱਟਣਾ ਪੈਣਾ ਹੈ। ਚੌਂਕੀਆਂ, ਝੰਡੇ, ਬੁੱਗੇ, ਜੁਗੋ ਜੁਗ ਅਟਲ ਦੀ ਅਰਦਾਸ ਕਰਨ ਵਾਲੇ ਉਸ ਗੁਰਸਿੱਖ ਨੇ ਆਵਾਜ਼ ਦਿੱਤੀ ਕਿ ਇਹ ਬਿਲਕੁਲ ਨਹੀਂ ਹੋ ਸਕਦਾ। ਤਾਂ ਉਸ ਫੌਜਦਾਰ ਨੇ ਕਿਹਾ ਕਿ ਤੇਰੇ ਹੱਥ ਵੱਢ ਦਿੱਤੇ ਜਾਣਗੇ। ਭਾਈ ਸਾਹਿਬ ਦਾ ਜਵਾਬ ਸੀ, ਫਿਰ ਮੈਂ ਇਹ ਝੰਡਾ ਪੈਰਾਂ ਨਾਲ ਫੜ ਲਾਂਗਾ। ਉਸਨੇ ਕਿਹਾ ਤੇਰੇ ਪੈਰ ਵੀ ਵੱਢ ਦਿੱਤੇ ਜਾਣਗੇ। ਤਾਂ ਸਿੰਘ ਨੇ ਕਿਹਾ ਕਿ ਮੈਂ ਝੰਡੇ ਨੂੰ ਫਿਰ ਮੂੰਹ ਵਿੱਚ ਫੜ ਲਾਂਗਾ। ਇਹ ਮੇਰੇ ਗੁਰੂ ਦਾ ਝੰਡਾ ਹੈ, ਇਹ ਨਹੀਂ ਡਿੱਗ ਸਕਦਾ। ਫਿਰ ਉਸ ਫੌਜਦਾਰ ਨੇ ਕਿਹਾ ਕਿ ਤੇਰਾ ਸਿਰ ਕਲਮ ਕਰ ਦਿੱਤਾ ਜਾਏਗਾ। ਤਾਂ ਉਹਨਾਂ ਭਾਈ ਸਾਹਿਬ ਨੇ ਕਿਹਾ ਕਿ ਤੁਸੀਂ ਮੇਰਾ ਸਿਰ ਉਡਾ ਦਿਓਗੇ। ਬਾਬਾ ਦੀਪ ਸਿੰਘ ਦਾ ਸਾਹਮਣੇ ਹੈ, ਜਿੰਨੀ ਦੇਰ ਤੱਕ ਗੁਰੂ ਬਖਸ਼ਿਸ਼ ਕਰੇਗਾ, ਉਸ ਕਟੇ ਹੋਏ ਸਿਰ ਦੇ ਵਿੱਚੋਂ ਵੀ ਮੂੰਹ ਵਿੱਚੋਂ ਝੰਡਾ ਨਹੀਂ ਗਿਰੇਗਾ, ਨਿਸ਼ਾਨ ਸਾਹਿਬ ਨਹੀਂ ਡਿੱਗੇਗਾ। ਔਰ ਜਿਸ ਦਾ ਇਹ ਨਿਸ਼ਾਨ ਹੈ ਉਹ ਉਹਦਾ ਖੁਦ ਮੁਹਾਫਿਜ਼ ਹੈ, ਉਸਨੇ ਇਸ ਦੀ ਰਾਖੀ ਕਰਨੀ ਹੈ। ਉਸਨੇ ਭਾਈ ਸਾਹਿਬ ਦਾ ਸੀਸ ਉਡਾ ਦਿੱਤਾ। ਪਰ ਉਹਨਾਂ ਦੇ ਨਿਸ਼ਾਨ ਸਾਹਿਬ ਡਿੱਗਣ ਤੋਂ ਪਹਿਲੇ ਹੀ ਬਾਬਾ ਅਜੀਤ ਸਿੰਘ ਜੀ ਨੇ ਆ ਕੇ ਉਹ ਨਿਸ਼ਾਨ ਸਾਹਿਬ ਸਾਂਭ ਲਿਆ ਤੇ ਫੌਜਦਾਰ ਦਾ ਸਿਰ ਕਲਮ ਕਰ ਦਿੱਤਾ। ਇਹ ਭਾਈ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਨੇ ਕਿਹਾ ਸੀ, ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ, ਗਰ ਹਾਰ ਗਿਆ ਹਾਰ ਕੇ ਜੀਤਾ ਨਾ ਆਊਂਗਾ। ਜਦੋਂ ਇਹ ਸਪਿਰਿਟ ਹੋ ਜਾਏ, ਫਿਰ ਉਸ ਦੇ ਹੱਥ ਅਗਰ ਨਿਸ਼ਾਨ ਸਾਹਿਬ ਹੈ, ਫਿਰ ਇਸ ਦਾ ਮੁਹਾਫਿਜ਼ ਗੁਰੂ ਕਲਗੀਆਂ ਵਾਲਾ ਖੁਦ ਹੈ। ਗੁਰੂ ਪੰਥ ਦਾ ਇੱਕ ਨਿਰਣਾ ਹੈ, ਪੰਥ ਦਾ ਫੈਸਲਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅੰਕਿਤ ਹੈ ਉਹਨਾਂ ਦੇ ਫੈਸਲਿਆਂ ਦੇ ਵਿੱਚ ਕਿ ਨਿਸ਼ਾਨ ਸਾਹਿਬ ਕੇਵਲ ਤਿਆਰ ਬਰ ਤਿਆਰ ਸਿੰਘਾਂ ਦੇ ਹੱਥ ਵਿੱਚ ਹੀ ਹੋਣਾ ਚਾਹੀਦਾ। ਕਿਸੇ ਦੂਸਰੇ ਨੂੰ ਨਿਸ਼ਾਨ ਸਾਹਿਬ ਨਹੀਂ ਦਿੱਤਾ ਜਾ ਸਕਦਾ। ਉਸ ਦੇ ਹੱਥ ਵਿੱਚ ਨਿਸ਼ਾਨ ਸਾਹਿਬ ਹੋਣਾ ਚਾਹੀਦਾ ਜਿਹੜਾ ਇਸ ਦੀ ਹਿਫਾਜ਼ਤ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਵੀ ਕਰ ਸਕੇ। ਇਹ ਸਪਿਰਿਟ ਹੈ ਉਸ ਨਿਸ਼ਾਨ ਸਾਹਿਬ ਦੀ। ਇਸੇ ਲਈ ਬਹੁਤ ਕਮਾਲ ਦੀ ਗੱਲ ਜਿਹੜੀ ਸਾਰੀ ਕੀਤੀ ਗਈ ਹੈ। ਅਸੀਂ ਇਸ ਨਿਸ਼ਾਨ ਸਾਹਿਬ ਦੀ ਅਜ਼ਮਤ ਨੂੰ, ਇਹਦੀ ਹਿਫਾਜ਼ਤ ਨੂੰ ਸਮਝੀਏ ਔਰ ਆਪਣੇ ਸਿਰ ਨੂੰ ਤਾਂ ਗਿਰਾ ਸਕੀਏ, ਸਿਰ ਨੂੰ ਕਲਮ ਕਰਾ ਸਕੀਏ,
पर ਇਹ ਨਾ ਕਦੇ ਕਲਮ ਹੋਏ, ਇਹ ਨਾ ਡਿੱਗੇ। ਇਹੀ ਸਾਡੀ ਅਰਦਾਸ ਹੈ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਆਓ ਤੁਹਾਨੂੰ ਫਿਰ ਮੁੜ ਯੂਬਾ ਸਿਟੀ ਲੈ ਚੱਲਦੇ। मैं गुरचरणजीत सिंह लांबा न्यूयॉर्क स्टूडियो तो बोल रहा हाँ और मैं वेख रहा हाँ कि किवें किस उत्साह उमा अते शरधा और सत्कार दे नाल सारियां संगतां यूबा सिटी दे विच मिल के जिहड़े समागम रचे गए हैं, जिहड़े समागम सजाए गए हैं, साहिब श्री गुरु ग्रंथ साहिब जी महाराज की गुरता गद्दी नूं समर्पित गुरु ग्रंथ साहिब जी दे विच 10 पातशाहियां दी जोत है। अज प्रतख किसी ने दर्शन करने हैं गुरु नानक साहब दे तां ओह गुरु ग्रंथ साहिब दे विचों कर सकता है। गुरु ग्रंथ साहिब निरंकार दा सरगुण स्वरूप है, पर यह दुनिया के इतिहास विच पहली बार है, इस तरह का उपराला पहली बार है कि किसी ग्रंथ नूं गुरता गद्दी कोई ग्रंथ गुरु के रूप में स्थापित होया। ये दीन दुनी का बादशाह है, पर इस बादशाह के नाल इसकी बादशाहत का चिन्ह, इस हलीमी राज का चिन्ह निशान साहब भी है। ये बहुत सीधी जी सधारण गल है कि निशान साहब सिक्खी नहीं है, पर सिक्खी का निशान है। खुद सिक्खी नहीं है, पर सिक्खी का निशान है। और जिहड़ा चिन्ह है, निशान है, जिन्नी देर तक निशान कायम रहिंदा है उसनों कोई खतरा नहीं हुंदा। हर प्रोफैशन ने, हर भावें कोई भी है, वो अपने निशान की हिफाजत करता है। जेकर गुरु साहब दे हुंदियां अगर किसी ने गुरु साहब दे उत्ते हमला करना सी तां गुरु साहब दे शरीर दे उत्ते कीता, पर उस दे बाद अज गुरु साहब दे उत्ते किसी ने हमला करना है, गुरु साहब की निरादरी करनी है, वो गुरु साहब के चिन्हां दे उत्ते हमला करेगा। जिस किसी नूं इन्हां निशाना इन्हां चिन्हां प्रति जिन्नी ज़्यादा पकड़ होएगी, इसका मतलब है कि उसके अंदर सिक्खी का उन्ना जज्बा है। ये जिहड़ी निशान साहब की महत्ता नूं दर्शांदियां होइयां अज जो महान सेवा हो रही है, इस दे विच सिक्खी दे उस चिन्ह दी, सिक्खी दे उस निशान दी, क्योंकि निशान साहब दे बिना गुरुद्वारा नहीं हो सकता, सिक्खी दे बिना गुरु घर नहीं हो सकता। ये सिक्खी दी मुढ़ली निशानी है कि सिक्खी दी निशानी दे रूप में इसलिए सिख रहत मर्यादा दे विच भी अंकित है कि निशान साहब किसी उच्ची थां दे उत्ते लगा होए। ये नहीं कि अंदर लुक के लगा लिया जाए। औरंगजेब दे वेले भी जदों हुक्म कर दिता गया सी कि कोई भी दूसरे धर्म का व्यक्ति, गैर दीन दे मनण वाला कोई भी ना तो वो घोड़ा रख सकता सी, ना कोई सवारी कर सकता घोड़े की, ना ही अपने साबत सूरत रह सकता सी, ना ही दस्तार सजा सकता सी, ना ही शिकार खेड सकता सी, ना ही वो झंडा चला सकता सी, ना ही वो नगारा बजा सकता सी। ये कमाल है। गुरु साहब ने जिस वेले इस चीज़ नूं देखिया, उन्होंने अणख की गल की, उन्होंने अणख नूं कायम करन लई खालसा सो जो चढ़े तुरंग, खालसा सो नित करे जो जंग, उन्होंने इन्हां निशानां नूं, झंडियां नूं, तौंसियां नूं उन्होंने उजागर किया। गुरु साहब दे उस रणजीत नगारे की धमक मीलों तक जाती सी। और ये जो निशान और नगारा, ये दो चिन्ह हैं। और एक गल सिख रहत मर्यादा विच भी है, हर गुरुद्वारा साहब दे विच निशान साहब होए और निशान साहब दा रंग बसंती होए, क्योंकि बसंती रंग कुर्बानी दा चिन्ह है। बसंती रंग दा निशान साहब होए और नगाड़ा जो समय सिर वजे। जिक्र आउंदा इतिहास विच कि औरंगजेब दे बेटे बहादुर शाह ने किधरे नगाड़ा वजा लिया। औरंगजेब नूं जदों खबर होई, उसने बड़ी सख्त ताड़ना की और उसनूं कहा कि तेरी हिम्मत किद्दां हो गई
ਕਿ ਮੇਰੇ ਜੀਂਦਿਆਂ ਜੀ, ਮੇਰੇ ਹੁੰਦਿਆਂ, ਮੇਰੇ ਰਾਜ ਦੇ ਹੁੰਦਿਆਂ ਤੂੰ ਨਗਾੜਾ ਵਜਾ ਦਿੱਤਾ। ਹਾਂ, ਤੈਨੂੰ ਬਹੁਤ ਸ਼ੌਕ ਹੈ, ਤੂੰ ਢੋਲਕੀ ਵਜਾ ਸਕਦਾ ਹੈ ਪਰ ਨਗਾੜਾ ਨਹੀਂ ਵਜਾ ਸਕਦਾ। ਪਰ ਗੁਰੂ ਸਾਹਿਬ ਨੇ ਇਹ ਅਕਾਲੀ ਹੁਕਮ, ਅਕਾਲ ਪੁਰਖ ਦੇ ਹੁਕਮ ਦੇ ਨਾਲ ਜੋ ਇਹ ਪੰਥ ਸਾਜਿਆ, ਉਹਨਾਂ ਨੇ ਨਿਸ਼ਾਨ ਸਾਹਿਬ ਵੀ ਲਹਿਰਾਏ, ਉਹਨਾਂ ਨੇ ਬਾਜ਼ ਵੀ ਰੱਖੇ, ਉਹਨਾਂ ਨੇ ਘੋੜੇ ਵੀ ਨੀਲੇ ਰੱਖੇ, ਉਹਨਾਂ ਨੇ ਨਗਾੜੇ ਵੀ ਰੱਖੇ। ਇਹ ਜਿਹੜਾ ਆਜ਼ਾਦੀ ਦਾ ਚਿੰਨ੍ਹ ਸੀ, ਗੁਰੂ ਸਾਹਿਬ ਨੇ ਜੋ ਨਿਸ਼ਾਨੀ ਦਿੱਤੀ ਕਿ ਪੰਥ ਦੀ ਸੋਵਰਨਿਟੀ ਦੀਆਂ, ਔਰ 2 ਰੰਗ ਜਿਹੜੇ ਪ੍ਰਵਾਨ ਕੀਤੇ। ਔਰ ਇੱਕ ਗੱਲ ਹੋਰ ਬੜੀ ਕਮਾਲ ਦੀ ਹੈ ਕਿ ਜਦੋਂ ਗੁਰੂ ਸਾਹਿਬ ਨੇ ਖਾਲਸੇ ਦੀ ਸਿਰਜਣਾ ਕੀਤੀ ਤਾਂ ਤੁਸੀਂ ਇਤਿਹਾਸ ਦੇ ਵਿੱਚ ਵੇਖੋ, ਉਸ ਵੇਲੇ ਜਿਹੜੇ ਬਸਤਰ ਪਾਏ ਉਹਨਾਂ ਦਾ ਰੰਗ ਕਿਹੜਾ ਸੀ? ਉਪਜੇ ਸਿੰਘ ਭੁਚੰਗੀਏ ਨੀਲ ਅੰਬਰ ਤਾਰਾ। ਨੀਲੇ ਰੰਗ ਦੇ ਕੱਪੜੇ ਸਨ ਜਦੋਂ ਸਿੰਘਾਂ ਦੀ ਸਿਰਜਣਾ ਕੀਤੀ ਗਈ। ਜਦੋਂ 5 ਪਿਆਰਿਆਂ ਦੀ ਸਿਰਜਣਾ ਕੀਤੀ ਗਈ ਤਾਂ ਉਹਨਾਂ ਦਾ ਰੰਗ, ਚੋਲਿਆਂ ਦਾ ਰੰਗ ਨੀਲਾ ਸੀ। ਇਸ ਲਈ ਨਿਸ਼ਾਨ ਸਾਹਿਬ ਦੇ 2 ਰੰਗ ਪ੍ਰਵਾਨ ਹਨ। ਇੱਕ ਤਾਂ ਬਸੰਤੀ ਹੈ, ਜਿਹੜਾ ਕੁਰਬਾਨੀ ਦਾ ਚਿੰਨ੍ਹ ਹੈ, ਜਿਹੜਾ ਅੱਜ ਬਸੰਤੀ ਰੰਗ ਉਹ ਹੈ ਜਿਵੇਂ ਤਾਜ਼ੀ ਸਰੋਂ ਦੇ ਫੁੱਲਾਂ ਦਾ ਰੰਗ ਹੁੰਦਾ ਹੈ, ਉਸ ਨੂੰ ਬਸੰਤੀ ਹਲਕੇ ਪੀਲੇ ਰੰਗ ਦਾ ਕਿਹਾ ਜਾਂਦਾ ਹੈ। ਔਰ ਨਾਲ ਹੀ ਨੀਲੇ ਰੰਗ ਦਾ, ਜਿਸ ਦਿਨ ਗੁਰੂ ਸਾਹਿਬ ਨੇ ਖਾਲਸੇ ਦੀ ਸਿਰਜਣਾ ਕੀਤੀ ਉਸ ਵੇਲੇ ਇਹ ਨੀਲੇ ਰੰਗ ਦਾ ਬਾਣਾ ਪਵਾਇਆ। ਉਪਜੇ ਸਿੰਘ ਭੁਚੰਗੀਏ ਨੀਲ ਅੰਬਰ ਤਾਰਾ। ਗੁਰੂ ਸਾਹਿਬ ਦੀਆਂ ਇਹਨਾਂ ਬਖਸ਼ਿਸ਼ਾਂ ਦੀ ਹਰ ਗੱਲ ਹੀ ਵਿਲੱਖਣ ਹੈ। ਔਰ ਇਹ ਨਿਸ਼ਾਨ ਕੋਈ ਕੇਵਲ ਗੁਰਦੁਆਰਿਆਂ ਦਾ ਚੀਜ਼ ਨਹੀਂ ਲਹਿਰਾਇਆ, ਇਸ ਨੇ ਦੂਰ ਦੁਰਾਡੇ ਦर्रा ਖੈਬਰ ਦੇ ਉੱਤੋਂ ਅੱਗੇ ਲੰਘ ਕੇ ਅਫਗਾਨਿਸਤਾਨ ਔਰ ਹੋਰ ਸਾਰੇ ਇਲਾਕਿਆਂ ਵਿੱਚ ਦੂਰ ਦੂਰ ਜਾ ਕੇ ਇਹ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਹੈ। ਇੱਥੇ ਹੀ ਨਹੀਂ, ਜਿਨ੍ਹਾਂ ਤੇ ਝੰਡੇ ਝੂਲੇ ਨੇ ਉਹ ਖੜੀਆਂ ਅਜੇ ਦੀਵਾਰਾਂ ਨੇ, ਉਹ ਦੀਵਾਰਾਂ ਹਾਲੇ ਵੀ ਖੜੀਆਂ ਜਿਨ੍ਹਾਂ ਦੇ ਉੱਤੇ ਨਿਸ਼ਾਨ ਸਾਹਿਬ ਚਲਾਇਆ ਗਿਆ। ਸਾਨੂੰ ਅਸੀਂ ਭੁੱਲ ਗਏ, ਅਸੀਂ ਆਪਣੇ ਇਤਿਹਾਸ ਨੂੰ ਭੁੱਲ ਗਏ, ਅਸੀਂ ਉਸ ਆਪਣੇ ਨਿਸ਼ਾਨ ਨੂੰ ਭੁੱਲ ਗਏ। ਇਸ ਦੀ ਅਜ਼ਮਤ, ਇਸ ਨੂੰ ਸੰਭਾਲਣਾ ਇਹ ਹਰ ਸਿੱਖ ਦਾ ਫਰਜ਼ ਹੈ। ਗੁਰੂ ਤੇਗ ਬਹਾਦਰ ਸਾਹਿਬ ਵੀ ਜਦੋਂ ਕਿਸੇ ਪ੍ਰਚਾਰਕ ਦੀ ਸਥਾਪਨਾ ਕਰਦੇ ਸਨ, ਕਿਸੇ ਪ੍ਰਚਾਰਕ ਨੂੰ ਥਾਪਦੇ ਸਨ, ਤਾਂ ਇਤਿਹਾਸ ਵਿੱਚ ਅੰਕਿਤ ਹੈ ਜੋ ਉਸ ਨੂੰ ਬਖਸ਼ਿਸ਼ਾਂ ਕਰਦੇ ਸਨ ਉਹਨਾਂ ਦੇ ਵਿੱਚ ਇੱਕ ਘੋੜਾ, ਇੱਕ ਪੋਥੀ ਔਰ ਇੱਕ ਨਿਸ਼ਾਨ ਸਾਹਿਬ ਹੁੰਦਾ ਸੀ। ਇਹ ਚਿੰਨ੍ਹ ਹੈ ਗੁਰੂ ਦੇ ਹੁਕਮਾਂ ਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਇਸ ਧਰਮ ਤੁਜਾ ਨੂੰ ਕੇਵਲ ਝੰਡਾ ਨਹੀਂ ਆਖਿਆ, ਇਸ ਨੂੰ ਅਧਿਆਤਮਵਾਦ ਦੇ ਕੇ ਇਸ ਤੁਜਾ ਨੂੰ ਧਰਮ ਤੁਜਾ ਕਹਿ ਦਿੱਤਾ। ਇਹ ਮਹਾਨਤਾ ਦਾ ਪ੍ਰਤੀਕ ਹੈ, ਇਹ ਪ੍ਰਤੀਕ ਹੈ ਅਜ਼ਮਤ ਦਾ, ਇਹ ਪ੍ਰਤੀਕ ਹੈ ਮੀਰੀ ਔਰ ਪੀਰੀ ਦਾ, ਜਿਹੜਾ ਕਿ 2 ਨਿਸ਼ਾਨ ਸਾਹਿਬ ਬੜੀ ਸ਼ਾਨੋ ਸ਼ੌਕਤ ਦੇ ਨਾਲ ਲਹਿਰਾਏ ਜਾ ਰਹੇ ਹਨ ਸ੍ਰੀ ਅਕਾਲ ਤਖਤ ਸਾਹਿਬ ਔਰ ਹਰਮੰਦਰ ਸਾਹਿਬ ਦੇ ਵਿਚਕਾਰ। ਇਹ ਨਿਸ਼ਾਨ ਸਾਹਿਬ ਲਹਿਰਾਏ ਜਾ ਰਹੇ ਹਨ ਹਰ ਗੁਰਦੁਆਰਾ ਸਾਹਿਬ ਦੇ ਵਿੱਚ। ਔਰ ਇਸ ਨਿਸ਼ਾਨ ਸਾਹਿਬ ਦੇ ਬਾਰੇ ਜਿਹੜੇ 2 ਨਿਸ਼ਾਨ ਸਾਹਿਬ ਹਨ ਉਹ ਸੰਵਤ 1833 ਵਿੱਚ ਬਾਬਾ ਸੰਤੋਖ ਦਾਸ ਜੀ ਅਤੇ ਬਾਬਾ ਪ੍ਰੀਤਮ ਦਾਸ ਜੀ ਉਦਾਸੀ ਸਾਧੂਆਂ ਨੇ 2 ਵੱਡੇ ਉੱਚੇ ਨਿਸ਼ਾਨ ਸਾਹਿਬ ਜਿਹੜੇ ਅਕਾਲ ਬੁੰਗੇ ਦੇ ਨਾਮ ਦਾ ਔਰ ਹਰਮੰਦਰ ਸਾਹਿਬ ਦਾ ਦਰਸ਼ਨੀ ਡਿਓੜੀ ਅਤੇ ਅਕਾਲ ਬੁੰਗੇ ਦੇ ਵਿਹੜੇ ਵਿੱਚ ਖੜੇ ਕੀਤੇ। ਗੁਰੂ ਸਾਹਿਬ ਦੇ ਸਮੇਂ ਤੋਂ ਇਸ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਰਿਹਾ ਔਰ ਨਿਸ਼ਾਨਾਂ ਦੇ ਉੱਪਰ ਤਿੱਖੇ ਨੋਕ ਵਾਲੇ, ਜਿਵੇਂ ਨੋਕੀਲਾ ਖੰਡਾ ਹੁੰਦਾ ਹੈ ਜਾਂ ਪਾਲਾ ਹੁੰਦਾ ਹੈ, ਉਸ ਦਾ ਫਲ ਹੋਇਆ ਕਰਦਾ ਸੀ। ਇਸੇ ਲਈ ਜ਼ਿਕਰ ਹੈ ਰਹਿਤ ਮਰਿਆਦਾ ਦੇ ਵਿੱਚ ਵੀ ਕਿ ਉਸ ਨਿਸ਼ਾਨ ਸਾਹਿਬ ਦੇ ਉੱਤੇ ਜਾਂ ਪਾਲਾ ਤੇ ਜਾਂ ਫਿਰ ਖੰਡਾ ਹੋਏ। ਗੁਰੂ ਸਾਹਿਬ ਦੇ ਜਿਹੜੇ ਇਹ ਬਖਸ਼ਿਸ਼ ਹੈ, ਇਹ ਜੋ ਆਜ਼ਾਦੀ ਦਾ ਚਿੰਨ੍ਹ ਹੈ, ਇਸ ਨੂੰ ਸਮਝਣ ਦੀ ਲੋੜ ਹੈ। ਔਰ ਅੱਜ ਜਿਸ ਸ਼ਰਧਾ ਦੇ ਨਾਲ ਇਸ ਦੀ ਸੇਵਾ ਕੀਤੀ ਜਾ ਰਹੀ ਹੈ, ਪਰ ਇਸ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਨਿਸ਼ਾਨ ਸਾਹਿਬ ਦੇ ਇਤਿਹਾਸ ਔਰ ਨਿਸ਼ਾਨ ਸਾਹਿਬ ਦੀ ਮਹੱਤਤਾ ਨੂੰ ਵੀ ਸੰਗਤਾਂ ਨੂੰ ਜ਼ਰੂਰ ਜਾਣੂ ਕਰਾਇਆ ਜਾਏ। ਇਸ ਲਈ ਸਾਡਾ ਇਹ ਫਰਜ਼ ਸੀ
ਅਸੀਂ ਆਪਣਾ ਇਹ ਫਰਜ਼ ਪਛਾਣ ਕੇ ਕਿ ਨਿਸ਼ਾਨ ਸਾਹਿਬ ਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰੀਏ। ਇਹ ਨਿਸ਼ਾਨ ਸਾਹਿਬ ਇੱਕ ਵਾਰ ਜਦੋਂ ਲਹਿਰਾ ਦਿੱਤਾ ਜਾਂਦਾ ਹੈ ਤਾਂ ਫਿਰ ਜਦੋਂ ਇਹਦਾ ਚੋਲਾ ਬਦਲੀ ਕੀਤਾ ਜਾਂਦਾ ਹੈ ਉਸ ਵੇਲੇ ਇਸ ਦੀ ਸੇਵਾ ਹੁੰਦੀ ਹੈ। ਬਾਕੀ ਦੁਨੀਆ ਦੇ ਜਿਹੜੇ ਝੰਡੇ ਹੁੰਦੇ ਹਨ, ਜਿਹੜੇ ਦੇਸ਼ਾਂ ਦੇ ਔਰ ਮੁਲਕਾਂ ਦੇ ਝੰਡੇ ਹੁੰਦੇ ਹਨ, ਉਹਨਾਂ ਨੂੰ ਸ਼ਾਮ ਨੂੰ ਉਤਾਰ ਲਿਆ ਜਾਂਦਾ ਹੈ ਔਰ ਸਵੇਰ ਵੇਲੇ ਚੜਾਇਆ ਜਾਂਦਾ ਹੈ। ਪਰ ਇਹ ਸਮਾਂ ਰਹਿਤ ਹੈ, ਸੀਮਾ ਰਹਿਤ ਹੈ। ਇਸ ਨਿਸ਼ਾਨ ਸਾਹਿਬ ਦਾ ਇੱਕ ਵਾਰ ਜਦੋਂ ਚੁਲਾ ਦਿੱਤਾ ਗਿਆ ਫਿਰ ਇਸ ਦੀ ਰਾਖੀ, ਇਸ ਦੀ ਅਜ਼ਮਤ ਦੀ ਰਾਖੀ, ਹਿਫਾਜ਼ਤ ਕਰਨੀ ਹਰ ਸਿੱਖ ਦਾ ਫਰਜ਼ ਹੈ। ਹਰ ਸਿੱਖ ਦਾ ਫਰਜ਼ ਹੈ। ਸਭ ਤੋਂ ਪਹਿਲੇ ਤੇ ਹਰ ਗੁਰਦੁਆਰਾ ਸਾਹਿਬ ਦਾ, ਪ੍ਰਬੰਧਕਾਂ ਦਾ ਵੀ ਫਰਜ਼ ਹੈ ਕਿਸੇ ਐਸੀ ਥਾਂ ਦੇ ਉੱਤੇ ਨਿਸ਼ਾਨ ਸਾਹਿਬ ਹੋਏ ਜਿਸ ਥਾਂ ਦੇ ਉੱਤੇ ਸਿੱਖ ਆ ਕੇ ਇਸ ਨੂੰ ਨਮਸਕਾਰ ਕਰ ਸਕੇ, ਕਿਉਂਕਿ ਗੁਰੂ ਸਾਹਿਬ ਨੇ ਖੁਦ ਇਸ ਨਿਸ਼ਾਨ ਸਾਹਿਬ ਨੂੰ ਨਮਸਕਾਰ ਕੀਤਾ ਹੈ। ਗੁਰੂ ਸਾਹਿਬ ਨੇ ਖੁਦ ਕਿਹਾ, ਜੇ ਪੂਜਾ ਸਕੇਤ ਕੀ ਨਿਤ ਪ੍ਰਤ ਕਰੇ ਬਣਾਏ, ਤਿਨ ਕਰ ਆਪਣੋ ਹਾਥ ਦੇ ਅਸ ਤੁਝ ਲੇਤ ਬਚਾਏ। ਇਸ ਅਸਕੇਤ ਖੜਗਕੇਤ ਖੜ ਦੁਜ ਦੀ ਪੂਜਾ, ਇਸ ਨੂੰ ਨਮਸਕਾਰ ਕਰਨੀ ਹਰ ਸਿੱਖ ਦਾ ਫਰਜ਼ ਹੈ। ਸੋ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਐਸੀ ਥਾਂ ਦੇ ਲੱਗਾ ਹੋਏ ਜਿੱਥੇ ਕੋਈ ਵੀ ਗੁਰਦੁਆਰਾ ਸਾਹਿਬ ਆਉਣ ਵਾਲਾ ਆਪਣਾ ਸਜਦਾ, ਆਪਣਾ ਸਿਰ, ਆਪਣਾ ਮਸਤਕ ਇਸ ਨਿਸ਼ਾਨ ਸਾਹਿਬ ਦੇ ਥੜੇ ਦੇ ਉੱਤੇ ਲਗਾ ਸਕੇ। ਕਾਮ ਸੇ ਪ੍ਰਚੰਡ ਅਜਾ ਪੂਤਨ ਕੇ ਕਾਟਬੇ ਕੋ, ਸਿੱਖੀ ਜੋ ਅਕਾਲ ਕੀ ਸੋ ਤਿੱਖੀ ਤੇਗ ਤਾਰਾ ਸੀ। ਗੁਰੂ ਸਾਹਿਬ ਨੇ ਇਹ ਨਿਸ਼ਾਨ ਸਾਹਿਬ ਦੀ ਜਿਸ ਤਰੀਕੇ ਦੇ ਨਾਲ ਇਹਦੀ ਬਣਤਰ, ਇਹਦਾ ਮਹੱਤਵ ਔਰ ਇਹਦਾ ਇਤਿਹਾਸ ਸਿਰਜਿਆ ਹੈ, ਜਿੱਥੇ ਵੀ ਕਿਧਰੇ ਵੀ ਮੱਲਾਂ ਮਾਰੀਆਂ ਇਸ ਨਿਸ਼ਾਨ ਸਾਹਿਬ ਦੇ ਥੱਲੇ, ਇਸ ਨਿਸ਼ਾਨ ਸਾਹਿਬ ਦੀ ਅਜ਼ਮਤ ਲਈ ਸਿੱਖਾਂ ਨੇ ਸਾਰੇ ਕਾਰਜ ਕੀਤੇ। ਅਸੀਂ ਦੇਸ਼ ਵਤਨ ਦੇ ਵੈਰੀ ਨਹੀਂ, ਸਾਨੂੰ ਇਹ ਵੀ ਯਾਰਾ ਪਹਿਲਾਂ ਹੈ, ਪਰ ਜਿੱਥੇ ਸਵਾਲ ਹੈ ਸਿੱਖੀ ਦਾ, ਸਾਨੂੰ ਪੰਥ ਪਿਆਰਾ ਪਹਿਲਾਂ ਹੈ। ਇੱਕ ਗੱਲ ਹੋਰ ਬੜੀ ਕਮਾਲ ਦੀ, ਜਦੋਂ ਤੁਸੀਂ ਕਦੇ ਪਾਉਂਟਾ ਸਾਹਿਬ ਜਾਓ, ਜਦੋਂ ਤੁਸੀਂ ਪਾਉਂਟਾ ਸਾਹਿਬ ਜਾਓਗੇ, ਉੱਥੇ ਕਿਸੇ ਨੂੰ ਪੁੱਛੋ ਕਿ ਨਿਸ਼ਾਨ ਸਾਹਿਬ ਵਾਲਾ ਘਰ ਕਿਹੜਾ ਹੈ, ਤੁਸੀਂ ਬੜੇ ਹੈਰਾਨ ਹੋਵੋਗੇ। ਉਹਦੇ ਵਿੱਚ ਇੱਕ ਕਰਨਲ ਸਾਹਿਬ ਦਾ ਘਰ ਹੈ। ਤੁਹਾਨੂੰ ਹਰ ਬੱਚਾ ਉਸ ਤੁਮਰਾ ਘਰ ਦਾ ਤੁਹਾਨੂੰ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ। ਹੁਣ ਤੁਹਾਨੂੰ ਫਿਰ ਅਸੀਂ ਮੁੜ ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੇ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ੍ਰੀ ਭਗਉਤੀ ਜੀ ਕੀ ਪਾਸੇ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦਨੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇ ਬਹਾਦਰ ਸਿਮਰਿਆ ਘਰ ਨੌਨਿਤ ਆਵੇ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, 40 ਮੋਤਿਆਠੀਆਂ ਜਪੀਆਂ ਤਪੀਆਂ, ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇ ਚਲਾਏ ਤੇ ਕਵਾਏ, ਦੇ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ, ਬੰਦ ਕਟਵਾਏ ਗਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ, ਤਾਂ ਨਾਰਿਆਂ ਨਾਲ ਚਰਵਾਏ ਗਏ, ਗੁਰਦੁਆਰਾ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸ ਨਿਭਾਏ, ਤਿਨਾਂ ਪਿਆਰਿਆਂ ਸਚਿਆਰਿਆਂ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚੇਤਾਵਨ ਕਾ ਸਦਕਾ, ਸਰਬ ਸੁਖ ਹੋਏ ਜਹਾਂ ਜਾ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸਿਆ ਰਿਆਇਤ, ਦੇ ਤੇ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ।
ਖਾਲਸਾ ਜੀ ਕੇ ਬੋਲ ਬਾਲੇ ਜੀ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ, ਧਰਮ ਕਾ ਜੈ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਮਾ ਮਤ ਉੱਚੀ ਮਤ ਪਤ ਕਾਰਾ ਕਾ ਆਪ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ, ਸ੍ਰੀ ਪੰਜਾ ਸਾਹਿਬ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਣ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਨਿਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਵੱਲੋਂ ਚਲਾਏ ਗਏ ਝੂਲ ਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਸ੍ਰੀ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਹੈ। ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਸਰਬੱਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ। ਸਰਬੱਤ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਸਰਬੱਤ ਸੰਗਤਾਂ ਵੱਲੋਂ ਸ੍ਰੀ ਨਿਸ਼ਾਨ ਸਾਹਿਬ ਲਈ ਸੇਵਾ ਕੀਤੀ ਗਈ, ਮਾਇਆ ਅਰਦਾਸ ਕਰਵਾਈ ਗਈ। ਸਰਬੱਤ ਸੰਗਤਾਂ ਦੀ ਸੇਵਾ ਲੇਖੇ ਦੇ ਵਿੱਚ ਲਾਉਣੀ, ਕਮਾਈਆਂ ਵਿੱਚ ਵਾਧੇ ਕਰਨੇ, ਕਾਰੋਬਾਰ ਤਰੱਕੀਆਂ ਬਖਸ਼ਿਸ਼ ਕਰਨੀਆਂ। ਆਉਣ ਵਾਲਾ ਸਮਾਂ ਖੁਸ਼ੀਆਂ ਭਰੇ ਬਖਸ਼ਿਸ਼ ਕਰਨਾ। ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਵਿਸ਼ਵ ਸੰਸਾਰ ਵਿੱਚ ਸੁਖ ਸ਼ਾਂਤੀ ਬਖਸ਼ਿਸ਼ ਕਰਨੀ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਗੁਰਤਾ ਗੱਦੀ ਨੂੰ ਸਮਰਪਿਤ 34ਵੇਂ ਮਹਾਨ ਨਗਰ ਕੀਰਤਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ 100 ਤੋਂ ਵੱਧ ਸੰਗਤਾਂ ਨੇ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਆਪ ਸਰਬੱਤ ਸੰਗਤਾਂ ਦੀ ਸੇਵਾ ਲੇਖੇ ਦੇ ਵਿੱਚ ਲਾਉਣੀ, ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਨਾਮ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨਾ, ਗੁਰੂ ਘਰ ਆਉਣ ਦੀ ਆਗਿਆ ਬਖਸ਼ਿਸ਼ ਕਰਨੀ, ਉਦਮ ਚਾਓ ਬਖਸ਼ਿਸ਼ ਕਰਨਾ ਜੀ। ਆਪ ਜੀ ਕੇ ਹਜ਼ੂਰ ਸ਼ਬਦ ਕੀਰਤਨ ਜੀ ਕੀ ਅਰਦਾਸ, ਆਨੰਦ ਸਾਹਿਬ ਜੀ ਕੀ ਅਰਦਾਸ, ਬਾਣੀ ਪੜ੍ਹੀ ਤੇ ਸੁਣੀ ਸੱਚਖੰਡ ਪ੍ਰਵਾਨ ਕਰਨੀ, ਅੱਖਰ ਬਾਦਾ ਘਾਟਾ ਭੁੱਲ ਚੁੱਕ ਮਾਫ ਕਰਨਾ ਜੀ। ਇਸ ਵੇਲੇ ਆਪ ਆਗਿਆ ਬਖਸ਼ਿਸ਼ ਕਰੋ। ਸ੍ਰੀ ਨਿਸ਼ਾਨ ਸਾਹਿਬ ਚੜਾਉਣ ਦੀ ਆਗਿਆ ਬਖਸ਼ਿਸ਼ ਕਰੋ। ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੇ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ। ਰਾਜ ਕਰੇ ਕਾ ਆਕੀ ਰਹੇ ਨਾ, ख्वार हुए सब मिलेंगे बचे शरण जो। वाहिगुरु नाम जहाज है चढ़े सो तरे, जो शरदा कर सेम दे गुर पार उतारन। खंडा जाके हाथ में कलगी सो है, सो हमारी रचया करे गुर कलगी तार जगदीश। सो हमारी रचया करे गुरु कलगी तार जगदीश। बोले सो निहाल श्री अकाल। 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 ਸ੍ਰੀ ਅਕਾਲ। ਸ੍ਰੀ ਅਕਾਲ। ਹਾਂ ਪੂਰਾ
ਪਰਫੈਕਟ ਭਾਜੀ। ਇੱਧਰ ਆ ਜਾਓ ਥੱਲੇ। ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਬੇਨਤੀ ਹੈ ਕੜਾ ਪ੍ਰਸ਼ਾਦ ਦੀ ਦੇਗ ਵਰਤਾਇਆ ਜਾਵੇਗੀ। ਉਪਰੰਤ ਮੇਨ ਹਾਲ ਦੇ ਵਿੱਚ ਗੁਰੂ ਮਹਾਰਾਜ ਗੁਰੂਤਾ ਗੱਦੀ ਨੂੰ ਸਮਰਪਿਤ ਇਹਨਾਂ ਖੁਸ਼ੀਆਂ ਵਿੱਚ ਦੀਵਾਨ ਸਜਣੇ ਨੇ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਪ੍ਰਸ਼ਾਦ ਲੈਣ ਤੋਂ ਬਾਅਦ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਹਾਜ਼ਰੀ ਭਰਨੀ ਹੈ, ਕੀਰਤਨ ਗੁਰੂ ਜੀ ਸਰਵਣ ਕਰਨਾ, ਢਾਡੀ ਵਾਰਾਂ ਗੁਰੂ ਇਤਿਹਾਸ ਸਰਵਣ ਕਰਨਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं गुरचरणजीत सिंह लांबा इस इलाही नज़ारे नूं वेख रहा हाँ। मैं यूबा सिटी दे विच जिस शहाना अंदाज दे विच निशान साहब लहराउण दी संगतां ने सेवा की है, उसने उस इतिहास नूं मुड़ दोहरा दिता है। और जिस शहाना अंदाज दे विच ये निशान साहब लहराया गया और लहराया जाता रहेगा, वो एक बहुत वड्डी देन है, बहुत वड्डी प्राप्ति है। पर इस दे नाल ही एक गल बड़ी मुख्तसर और समझ लेनी चाहिए है कि ये निशान साहब ये दर्शा रहा है कि ये मेरे सतगुर सच्चे पातशाह का इत्थे स्थान है। ये दीन दुने दे मालक उस बादशाह का, उस पातशाह का ये स्थान है। और ये उस दे दरबार दे विच अगर कोई आंदा है तो वह किसी निजी व्यक्ति दे घर नहीं आ रहा, वो गुरु साहब दे दरबार दे विच खुद हाज़र हो रहा है। जिथे सतगुरु का प्रकाश है, जिहड़ा सतगुर सच्चे पातशाह का स्थान है, उत्थे निशान साहब जरूर होएगा, होना चाहिए। पर जिथे निशान साहब नहीं है, वो मेरे सतगुरु का स्थान नहीं हो सकता, होर भावें जो मर्जी होवे। पर एक गल होर, किसी भी कौम दे विच किसी भी भावें देश होए, भावें कोई सरकार होए, भावें कोई व्यक्ति भी होए, उहदे बने हुए डिज़ाइन बदली नहीं होंदे, उन्हां दा रंग बदली नहीं होंदा। इस निशान साहब दा डिज़ाइन भी गुरु साहब दे वेले तो जो चले आ रहा है, वो तब्दील नहीं हो सकता। इसनूं ना तो चौरस बनाया जा सकता है, ना ही किसी होर डायमंड शेप दे विच या किसी होर रंग रूप विच कीता जा सकता है। इस निशान साहब नूं आज़ादाना तौर दे उत्ते चलाया जाएगा। इस तो उत्ते इस दे नाल किसी होर झंडे नूं नहीं चलाया जा सकता। जिवें कौमां दे निशान, मुल्कां दे निशान साहब भी हुंदे हन, उन्हां दे विच भी कुछ नियम हुंदे हन, उन्हां दे विच भी ये दस्सिया जांदा है कि इस नूं लहराण दे की नियम हन। सो निशान साहब दे भी ये कुछ नियम हन जिन्हां दी पालना करनी ये साडा फर्ज है। ये सब तो वड्डी चीज़ है कि इस निशान साहब नूं, इसका चिन्ह, इसका निशान, इसका रंग, इसका डिज़ाइन और इसकी उचाई, इहदे उत्ते कोई समझौता नहीं हो सकता। मैं सिर्फ हुण तुहानूं अज दे इस पावन निशान साहब की रस्म की वधाई दिंदिआं पंथक कवि तेजा सिंह साबर दीआं दो लाइनां तुहाडे नाल सांझियां करांगा। निशान साहब की शान है कहंदी,
ਸਿੰਘਾਂ ਦੀ ਕਿਰਪਾਨ ਹੈ ਕਹਿੰਦੀ, ਸੰਗਤ ਕਰਕੇ ਮਾਣ ਹੈ ਕਹਿੰਦੀ, ਕੀ ਬੂਟਾ ਲਾਇਆ ਲਹੂ ਹੰਗਾਲ, ਪੰਥ ਦਾ ਰਾਖਾ ਪੁਰਖ ਅਕਾਲ, ਸਿੱਖ ਦੀ ਹਸਤੀ ਪੰਥ ਦੇ ਨਾਲ, ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ, ਜੋ ਬੋਲੇ ਸੋ ਹੋਵੇ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਮੁੜ ਯੂਬਾ ਸਿਟੀ ਚਲੀਏ। ਸਾਡੀਆਂ ਹੁਣ ਖੁੱਲੀਆਂ ਤੇ ਬੰਦ ਨਹੀਂ ਹੈਗੀਆਂ ਛੋਟੀਆਂ। ਹਾਂਜੀ ਹਾਂਜੀ ਮੱਲਾ ਸਾਹਿਬ, ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ? ਹਾਂਜੀ ਲਾਂਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਵੀ ਔਰ ਤੁਹਾਡੇ ਰਾਹੀਂ ਸਾਰੀ ਸੰਗਤ ਨੂੰ, ਜਿਹੜੇ ਤੁਹਾਡੇ ਨਾਲ ਹਨ, ਉਹਨਾਂ ਦੇ ਇਹ ਜੋ ਸੇਵਾ ਨਿਭਾਈ ਹੈ, ਜੋ ਨਿਸ਼ਾਨ ਸਾਹਿਬ ਦੀ ਪਰ ਲੋੜ ਹੈ, ਇਸ ਦੀ ਮਹੱਤਤਾ ਨੂੰ ਦਰਸਾਉਂਦਿਆਂ ਹੋਇਆਂ ਇਹ ਜੋ ਪ੍ਰੋਗਰਾਮ ਕੀਤਾ ਗਿਆ, ਤੁਹਾਨੂੰ ਸਾਰਿਆਂ ਨੂੰ ਗੁਰੂ ਪੰਥ ਦੇ ਇਸ ਨਿਸ਼ਾਨ ਸਾਹਿਬ ਲਹਿਰਾਉਣ ਦੀ ਬਹੁਤ ਬਹੁਤ ਵਧਾਈ, ਬਹੁਤ ਬਹੁਤ ਮੁਬਾਰਕ ਹੋਵੇ ਜੀ। ਹਾਂਜੀ ਬਹੁਤ ਬਹੁਤ ਧੰਨਵਾਦ ਜੀ ਲਾਂਬਾ ਜੀ। ਦੇਖੋ ਅਸੀਂ ਯੂਬਾ ਸਿਟੀ ਦੀ ਪਵਿੱਤਰ ਧਰਤੀ ਦੇ ਉੱਤੇ ਟੇਰਾ ਬੈਨਾ ਗੁਰੂ ਘਰ ਦੇ ਵਿੱਚ ਬਿਲਕੁਲ ਖੜੇ ਆ ਤੇ ਆਪਣੀ ਸਮੁੱਚੀ ਗੈਟ ਪੰਜਾਬੀ ਦੀ ਟੀਮ ਵੱਲੋਂ ਤੇ ਸਮੁੱਚੀ ਸਿੱਖ ਕੌਮ ਨੂੰ, ਪੰਜਾਬੀਆਂ ਨੂੰ ਤੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਜੋ ਵੀ ਸਾਡੇ ਦਰਸ਼ਕ ਨੇ, ਸਾਰਿਆਂ ਨੂੰ ਇਸ ਮਹਾਨ ਪਵਿੱਤਰ ਜੋ ਦਿਹਾੜੇ ਆ ਉਹਨਾਂ ਦੀ ਫੇਰ ਅਸੀਂ ਦੁਬਾਰਾ ਲੱਖ ਲੱਖ ਵਧਾਈ ਭੇਜਦੇ ਆ ਕਿ ਤੁਸੀਂ ਆਪਣੇ ਹਰਮਨ ਪਿਆਰੇ ਚੈਨਲ ਦੇ ਜ਼ਰੀਏ ਅੱਜ ਦੁਨੀਆ ਦੇ ਹਰ ਇੱਕ ਕੋਨੇ ਤੇ ਇਸ ਮਹਾਨ ਪਵਿੱਤਰ ਜੋ ਸਮਾਗਮ ਹੋ ਰਹੇ ਨੇ ਉਹਨਾਂ ਦਾ ਜੋ ਸਿੱਧਾ ਪ੍ਰਸਾਰਣ ਤੁਸੀਂ ਟੇਰਾ ਬੈਨਾ ਗੁਰੂ ਘਰ ਜਿਹੜਾ ਯੂਬਾ ਸਿਟੀ ਆ ਉੱਥੋਂ ਤੁਸੀਂ ਵੇਖ ਰਹੇ ਹੋ। ਤੇ ਨਾਲ ਹੀ ਵਧਾਈ ਦੇ ਪਾਤਰ ਨੇ ਇਹ ਕਮੇਟੀ, ਜੋ ਮੌਜੂਦਾ ਕਮੇਟੀ ਆ, ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਅੱਜ ਦਾ ਜੋ ਇਹ ਦਿਨ ਆ, ਜਿਹੜਾ ਕਿ ਅੱਜ ਖੁਸ਼ੀਆਂ ਭਰਿਆ ਦਿਨ ਅਸੀਂ ਮਨਾ ਰਹੇ ਹਾਂ, ਤੇ ਐਤਵਾਰ ਨੂੰ ਵੀ ਇਦੋਂ ਵੀ ਜ਼ਿਆਦਾ ਜੋ ਸੰਗਤ ਆ ਜਿਹੜੀ ਉਹ ਪਹੁੰਚਣੀ ਆ। ਤੇ ਨਾਲ ਹੀ ਮੈਂ ਲਾਂਬਾ ਜੀ ਤੁਹਾਨੂੰ ਦੱਸ ਦੇਵਾਂ ਕਿ ਸੰਗਤ ਦੇ ਵਿੱਚ ਜਿਸ ਤਰ੍ਹਾਂ ਕਿ ਸਾਰੇ ਸਾਡੇ ਦਰਸ਼ਕਾਂ ਨੇ ਆਪਣੇ ਟੀਵੀ ਦੀ ਸਕਰੀਨਾਂ ਉੱਤੇ ਵੇਖਿਆ ਕਿ ਕਿਸ ਤਰ੍ਹਾਂ ਸ਼ਰਧਾ ਭਾਵਨਾ ਦੇ ਨਾਲ, ਇੱਕ ਸਤਿਕਾਰ ਦੇ ਨਾਲ ਜੋ ਮਰਜ਼ਾਦਾ ਹੁੰਦੀ ਆ ਆਪਣੀ ਨਿਸ਼ਾਨ ਸਾਹਿਬ ਜੀ ਨੂੰ ਚੋਲਾ ਪਹਿਨਾਉਣ ਦੀ, ਉਹ ਬਿਲਕੁਲ ਇੱਕ ਮਰਜ਼ਾਦਾ ਦੀ ਤਰ੍ਹਾਂ ਅੱਜ ਸੰਗਤਾਂ ਨੇ ਇਹ ਪ੍ਰਤੱਖ ਦਿਖਾਈ ਦਿੱਤਾ ਸੰਗਤਾਂ ਦੇ ਵਿੱਚ ਕਿ ਕਿਸ ਤਰ੍ਹਾਂ ਦੁੱਧ ਦੇ ਨਾਲ ਇਸ਼ਨਾਨ ਕਰਵਾ ਕੇ, ਉਸ ਤੋਂ ਬਾਅਦ ਪਵਿੱਤਰ ਜਲ ਦੇ ਨਾਲ ਇਸ਼ਨਾਨ ਕਰਵਾ ਕੇ, ਕੀਰਤਨ ਦੇ ਰਾਹੀਂ ਹਾਜ਼ਰੀਆਂ ਲਵਾ ਕੇ ਇਹ ਜਿਹੜੀ ਰਸਮ ਅਦਾ ਕੀਤੀ ਗਈ। ਝੰਡੇ ਖਾਲਸੇ ਦੇ ਚਲਾਏ ਗਏ ਅੱਜ ਯੂਬਾ ਸਿਟੀ ਦੀ ਪਵਿੱਤਰ ਧਰਤੀ ਗੁਰੂ ਘਰ ਠਹਿਰਾ ਬੋਨਾ ਦੇ ਵਿੱਚ। ਤੇ ਮੇਰੇ ਨਾਲ ਤੁਸੀਂ ਦੇਖ ਰਹੇ ਹੋ ਲਾਂਬਾ ਜੀ, ਤੇ ਜੋ ਇਹ ਜਿੰਨੇ ਵੀ ਇਹ ਮੈਂ ਤੁਹਾਡੇ ਨਾਲ ਖੜੇ ਹੋਏ ਸਾਰੇ ਜਿਹੜੇ ਪ੍ਰਬੰਧਕ, ਸੰਗਤ ਔਰ ਜਿਹੜੇ ਵੀ ਮੇਰੀ ਆਵਾਜ਼ ਸੁਣ ਰਹੇ ਹੈ, ਮੈਨੂੰ ਬਹੁਤ ਪ੍ਰਸੰਨਤਾ ਹੈ ਔਰ ਮੈਂ ਇਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਔਰ ਇਹ ਵੀ ਆਸ ਕੀਤੀ ਜਾਂਦੀ ਹੈ ਕਿ ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਮੀਲ ਦੂਰ, ਮੈਨੂੰ ਯਾਦ ਹੈ ਗੁਰੂ ਨਾਨਕ ਸਾਹਿਬ ਨੂੰ ਇੱਕ ਕਿਸੇ ਸਿੱਖ ਨੇ ਬੇਨਤੀ ਕੀਤੀ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਤੁਹਾਡੇ ਤੋਂ ਵਿਛੜੀਏ ਨਾ। ਗੁਰੂ ਸਾਹਿਬ ਨੇ ਕਿਹਾ ਸੀ ਸਰੀਰ ਨਾਲ ਜੁੜੋਗੇ ਵਿਛੜ ਜਾਓਗੇ, ਸ਼ਬਦ ਨਾਲ ਜੁੜੋ ਹਮੇਸ਼ਾ ਜੁੜੇ ਰਹੋਗੇ। ਪਰ ਕਮਾਲ ਹੈ ਕਿੱਥੇ ਸਰੀਰਾਂ ਦੀ ਦੂਰੀ ਇੰਨੀ ਦੂਰ ਹੁੰਦਿਆਂ ਹੋਇਆਂ ਵੀ ਅੱਜ ਤੁਸੀਂ ਮਨ ਕਰਕੇ ਨਾ ਕੇਵਲ ਆਪਸ ਵਿੱਚ ਅਸੀਂ ਜੁੜੇ ਹਾਂ, ਬਲਕਿ ਪੰਜਾਬ ਦੇ ਨਾਲ, ਹਰਮੰਦਰ ਸਾਹਿਬ ਦੇ ਉਸ ਧਰਤੀ ਦੇ ਨਾਲ ਅਸੀਂ ਜੁੜੇ ਹਾਂ ਜਿੱਥੇ ਦੋ ਨਿਸ਼ਾਨ ਸਾਹਿਬ ਜੀ। ਬਿਲਕੁਲ ਬਿਲਕੁਲ ਹਾਂਜੀ ਲਾਂਬਾ ਜੀ, ਮੈਂ ਤੁਹਾਡਾ ਜਿਹੜਾ ਮੈਸੇਜ ਆ ਉਹ ਸਾਡੇ ਸਤਿਕਾਰਯੋਗ ਜੋ ਕਮੇਟੀ ਦੇ ਅਹੁਦੇਦਾਰ ਨੇ, ਸੇਵਾਦਾਰ ਨੇ, ਤੇ ਸਾਡਾ ਲੋਕਲ ਮੀਡੀਆ ਜਿਹੜਾ ਕਿ ਇਸ ਨੂੰ ਕਵਰੇਜ ਕਰ ਰਿਹਾ, ਉਹ ਵੀ ਵਧਾਈ ਦੇ ਪਾਤਰ ਨੇ ਤੇ ਅਸੀਂ ਉਹਨਾਂ ਨੂੰ ਵੀ ਆਪਣੇ ਚੈਨਲ ਕਰੀਓ ਵਧਾਈ ਭੇਜਦੇ ਹਾਂ। ਦਸਾਂਝ ਸਾਹਿਬ ਲਾਂਬਾ ਜੀ ਜੋ ਕਿ ਸਾਡੇ ਨਾਲ ਸਟੂਡੀਓ ਤੋਂ ਨਿਊਯਾਰਕ ਤੋਂ ਜੁੜੇ ਹੋਏ ਨੇ, ਸਾਡੀ ਸਾਰੀ ਟੀਮ ਆ ਜਿਹੜੀ ਉੱਥੋਂ ਇਹ ਕੰਟਰੋਲ ਕਰ ਰਹੀ ਆ ਆਪਣਾ ਜੋ ਪ੍ਰੋਗਰਾਮ ਲਾਈਵ ਦਿਖਾਇਆ ਜਾ ਰਿਹਾ ਵਾ। ਤੇ ਸਾਡੀ ਸਮੁੱਚੀ ਆਰਗੇਨਾਈਜ਼ ਜਿਹੜੀ ਉੱਥੇ ਆ ਉਹਨਾਂ ਨੂੰ ਤੁਹਾਨੂੰ ਪਹਿਲਾਂ ਤਾਂ ਉਹਨਾਂ ਵੱਲੋਂ ਸਾਰਿਆਂ ਨੂੰ ਮੁਬਾਰਕਾਂ ਅੱਜ ਦੇ ਦਿਨ ਦੀਆਂ। ਕੀ ਕਹਿਣਾ ਚਾਹੋਗੇ ਇੱਕ ਵਾਰ ਫੇਰ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਸ਼ਾਨ ਸਾਹਿਬ ਦੇ ਚੋਲੇ ਦੀ ਜੋ ਸੇਵਾ ਹੋਈ ਹੈ, ਸਮੂਹ ਸਾਧ ਸੰਗਤ ਨੇ ਜੋਰਾਂ ਸ਼ੋਰਾਂ ਦੇ ਨਾਲ 2 ਘੰਟੇ ਤੋਂ ਮਹਾਰਾਜ ਦਾ ਜਾਪ ਕਰਕੇ, ਸੇਵਾ ਕਰਕੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਆ। ਸੰਗਤਾਂ ਦਾ
ਤੇ ਕਮੇਟੀ ਦਾ ਸੇਵਾਦਾਰਾਂ ਦਾ ਬਹੁਤ ਹੀ ਧੰਨਵਾਦ। ਇਸ ਦੇ ਨਾਲ ਹੀ ਗੈਟ ਪੰਜਾਬੀ ਦੀ ਜੋ ਟੀਮ ਆ ਉਹਨਾਂ ਦਾ ਬਹੁਤ ਹੀ ਧੰਨਵਾਦ। ਸਵੇਰ ਤੋਂ ਤਿਆਰ ਪਰ ਤਿਆਰ ਹੋ ਕੇ ਇਸ ਸੇਵਾ ਨੂੰ ਲਾਈਵ ਸੰਗਤਾਂ ਹੀ ਦਿਖਾਇਆ ਤੇ ਦਿਖਾ ਰਹੇ ਹਨ। ਮੈਂ ਸਮਝਦਾ ਅੱਜ ਸ਼ਾਮ ਨੂੰ ਜੋ ਕੀਰਤਨ ਦੀਵਾਨ ਸਜਣਾ ਉਸ ਦੇ ਵਿੱਚ ਹੀ ਗੈਟ ਪੰਜਾਬੀ ਸਾਡਾ ਪੂਰਾ ਸਾਥ ਦੇਣਗੇ। ਸੰਗਤਾਂ ਨੂੰ ਅਪੀਲ ਜਿੱਥੇ ਜਿੱਥੇ ਸੁਣ ਰਹੇ ਹੋ, ਕੱਲ ਨੂੰ ਠੀਕ 8 ਵਜੇ ਅਖੰਡ ਰੱਖੇ ਹੋਏ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਕੀਰਤਨ ਦੀਵਾਨ ਸਜੇਗਾ ਠੀਕ 10 ਵਜੇ ਕੱਲ ਨਵੰਬਰ 3 ਦਿਨ ਐਤਵਾਰ। ਜੁਗੋ ਜੁਗ ਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਆਰੰਭ ਹੋਣਾ। ਮੈਨੂੰ ਪੂਰੀ ਆਸ ਹੈ ਜਿਸ ਤਰ੍ਹਾਂ ਵੱਖ-ਵੱਖ ਗੁਰੂ ਘਰਾਂ ਨੇ ਸੰਸਥਾਵਾਂ ਨੇ ਆਪੋ ਆਪਣੇ ਫਲੋਟਾਂ ਦੇ ਨਾਂ ਲਿਖਾਏ ਹਨ, ਪਿਛਲੇ ਸਾਲਾਂ ਨਾਲੋਂ ਵੀ ਸੰਗਤ ਵੱਧ ਚੜ ਕੇ ਕੱਲ ਨੂੰ ਯੂਬਾ ਸਿਟੀ ਦੀ ਧਰਤੀ ਤੇ ਦਰਸ਼ਨ ਦੇ ਕੇ ਇਸ ਗੁਰੂ ਘਰ ਦੀ ਰੌਣਕ ਨੂੰ ਤੇ ਸਿੱਖ ਜਗਤ ਦੀ ਰੌਣਕ ਨੂੰ ਵਧਾਉਣਗੇ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਡੇ ਨਾਲ ਸਤਿਕਾਰਯੋਗ ਬਲਵਿੰਦਰ ਸਿੰਘ ਜੀ ਬਸਰਾ, ਜਿਹੜੇ ਕਿ ਕੁਝ ਬਿਜ਼ੀ ਹੋਣ ਕਰਕੇ ਉਹ ਪਹਿਲਾਂ ਸ਼ਾਮਲ ਨਹੀਂ ਹੋ ਸਕੇ। ਬਸਰਾ ਸਾਹਿਬ, ਤੁਸੀਂ ਕੀ ਅੱਜ ਦੇ ਦਿਨ ਤੇ ਜੋ ਖੁਸ਼ੀਆਂ, ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਤੁਹਾਡੀ ਟੀਮ ਵੱਲੋਂ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਰਪਿਤ 34ਵੇਂ ਨਗਰ ਕੀਰਤਨ ਤੇ ਆਯੋਜਿਤ ਵਿੱਚ ਚੱਲੇ ਪ੍ਰੋਗਰਾਮਾਂ ਵਿੱਚ ਅੱਜ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਆ। ਸਮੂਹ ਸਾਧ ਸੰਗਤ ਨੇ ਵੱਧ ਚੜ ਕੇ ਹਿੱਸਾ ਲਿਆ। ਮਰਿਆਦਾ ਸਾਹਿਬ ਗੁਰੂ ਦੀ ਬਾਣੀ ਅਤੇ ਪੰਜਾਂ ਸਿੰਘਾਂ ਦੀ ਹਾਜ਼ਰੀ ਵਿੱਚ ਜਕਾਰਿਆਂ ਵਿੱਚ ਨਿਸ਼ਾਨ ਸਾਹਿਬ ਚੜਾਇਆ ਗਿਆ। ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਪਿਆਰੇ ਦਰਸ਼ਕੋ, ਇੱਕ ਵਾਰੀ ਅਸੀਂ ਦੱਸ ਦਈਏ ਕਿ ਗੈਟ ਪੰਜਾਬੀ ਤੁਹਾਡਾ ਆਪਣਾ ਹਰਮਨ ਪਿਆਰਾ ਚੈਨਲ, ਜਿੱਥੇ ਵੀ ਪੰਜਾਬੀ ਸਿੱਖ ਕੌਮ ਦੇ ਉਹ ਵਾਰਿਸ ਤੇ ਉਹ ਸਿੱਖ ਕੌਮ ਦੀ ਸੇਵਾ ਕਰਨ ਵਾਲੇ ਜੋ ਸੇਵਾਦਾਰ ਨੇ ਉਹ ਬੈਠੇ ਨੇ। ਸਾਡਾ ਇਹ ਉਪਰਾਲਾ ਕਿ ਅੱਜ ਰਾਤ ਦੇ 1 ਵਜੇ ਤੱਕ ਪੂਰਾ ਪ੍ਰੋਪਰ ਤੁਹਾਡੇ ਹਰਮਨ ਪਿਆਰੇ ਚੈਨਲ ਤੋਂ ਅਸੀਂ ਲਾਈਵ ਸਿੱਧਾ ਪ੍ਰਸਾਰਣ ਦੁਨੀਆ ਦੇ ਹਰ ਇੱਕ ਕੋਨੇ ਤੇ ਜਿੱਥੇ ਗੈਟ ਪੰਜਾਬੀ ਜਾ ਰਿਹਾ ਦਿਖਾਇਆ ਜਾਊਗਾ ਇਸ ਟੈਰਾਬਿਓਨਾ ਗੁਰੂ ਘਰ ਤੋਂ। ਤੇ ਕੱਲ ਨੂੰ ਵੀ ਜਿੱਥੇ ਅਸੀਂ ਤੁਹਾਨੂੰ ਨਗਰ ਕੀਰਤਨ ਦੇ ਦਰਸ਼ਨ ਪਾਉਣੇ ਹਨ, ਉੱਥੇ ਨਾਲ ਹੀ ਅਸੀਂ ਉੱਥੇ ਕੀਰਤਨ ਦੇ ਦਿਖਾਉਣੇ ਆ। ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਿ CNN ਦੇ ਪੈਰਲਲ ਇੱਕ ਚੈਨਲ ਆ ਜੋ ਟਾਈਮਜ਼ ਨਾਓ ਚੈਨਲ ਆ ਜੋ ਉਹ ਇੰਗਲਿਸ਼ ਚੈਨਲ, ਉਸ ਤੇ ਪਹਿਲੀ ਵਾਰ ਮੀਡੀਆ ਦੀ ਹਿਸਟਰੀ ਦੇ ਵਿੱਚ ਇਹ ਰੈਕਡ ਆ ਕਿ ਟੈਰਾਬਿਓਨਾ ਗੁਰੂ ਘਰ ਦਾ 34ਵਾਂ ਮਹਾਨ ਨਗਰ ਕੀਰਤਨ ਇੱਕ ਇੰਗਲਿਸ਼ ਚੈਨਲ ਦੇ ਉੱਤੇ, ਜਿਹਦੀ ਕਿ ਬਹੁਤ ਜ਼ਿਆਦਾ ਕਾਸਟ ਆ, ਪਹਿਲੀ ਵਾਰ ਦੁਨੀਆ ਦੇ ਸਾਰੇ ਕੰਟਰੀਆਂ ਦੇ ਵਿੱਚ ਟਾਈਮਜ਼ ਨਾਓ ਤੇ ਤੁਹਾਡਾ ਜਿਹੜਾ ਕੀਰਤਨ ਦਾ ਸਿੱਧਾ ਪ੍ਰਸਾਰਣ ਆ ਉਹ ਇਸ ਇੰਗਲਿਸ਼ ਚੈਨਲ ਦੇ ਉੱਤੇ ਦਿਖਾਇਆ ਜਾਵੇਗਾ। ਇਹ ਸਾਨੂੰ ਵੀ ਤੇ ਤੁਹਾਨੂੰ ਸਾਰਿਆਂ ਨੂੰ ਵੀ ਤੇ ਸਾਡੇ ਸਿੱਖ ਕੌਮ ਨੂੰ ਵੀ ਇੱਕ ਅਸੀਂ ਵਧਾਈ ਦੇ ਹੱਕਦਾਰ ਹਾਂ। ਤੁਸੀਂ ਵੀ ਕਿ ਪਹਿਲੀ ਵਾਰ ਮਹਾਰਾਜ ਨੇ ਬਖਸ਼ਿਸ਼ ਕੀਤੀ ਆ, ਪਹਿਲੀ ਵਾਰ ਮਹਾਰਾਜ ਨੇ ਸਾਡੀ ਝੋਲੀ ਦੇ ਵਿੱਚ ਖੁਸ਼ੀ ਪਾਈ ਆ ਕਿ ਅਸੀਂ ਆਪਣੀ ਜੋ ਆਇਡੈਂਟੀਟੀ ਆ, ਜੋ ਸਾਡੀ ਨੈਸ਼ਨੈਲਿਟੀ ਆ, ਜੋ ਸਾਡੀ ਰੂਪ ਰੇਖਾ, ਜੋ ਸਾਡਾ ਸਰੂਪ ਆ, ਉਹਨੂੰ ਦੁਨੀਆ ਦੇ ਉਸ ਮਹਾਨ ਚੈਨਲ ਟਾਈਮਜ਼ ਨਾਓ ਦੇ ਉੱਤੇ ਸਿੱਧਾ ਪ੍ਰਸਾਰਣ ਕਰ ਰਹੇ ਹਾਂ। ਤੇ ਤੁਸੀਂ ਜਿੱਥੇ ਗੈਟ ਪੰਜਾਬੀ ਚੈਨਲ ਤੇ ਪ੍ਰਸਾਰਣ ਦੇਖਣਾ ਸਿੱਧਾ, ਉਸ ਦੇ ਨਾਲ ਹੀ ਟਾਈਮਜ਼ ਨਾਓ ਚੈਨਲ ਆ ਜੋ ਇੱਕ ਬਹੁਤ ਹੀ ਮਸ਼ਹੂਰ ਚੈਨਲ ਆ, ਉਹਦੇ ਵਿੱਚ ਦੇਖੋਗੇ। ਇਹਨਾਂ ਕਹਿੰਦਾ ਹੋਇਆ ਲਾਂਬਾ ਜੀ, ਮੈਂ ਤੁਹਾਨੂੰ ਫੇਰ ਜਿੰਨੇ ਇੱਥੇ ਸੇਵਾਦਾਰ ਨੇ ਉਹ ਤੁਹਾਨੂੰ ਵਧਾਈ ਭੇਜ ਰਹੇ ਆ। ਸਮੁੱਚੀ ਜੋ ਮੈਨੇਜਮੈਂਟ ਸਾਡੀ, ਜੋ ਆਰਗੇਨਾਈਜ਼ਰ ਨੇ ਸਾਡੇ ਸਟੂਡੀਓ ਦੇ ਵਿੱਚ ਨਿਊਯਾਰਕ ਬੈਠੇ ਨੇ, ਉੱਥੇ ਬੈਠੇ ਹਨ ਮੇਰੇ ਵੱਲੋਂ ਤੇ ਸਾਡੀ ਜੋ ਕਮੇਟੀ ਹੈ ਇੱਥੇ ਖੜੀ, ਉਹਨਾਂ ਵੱਲੋਂ ਫਿਰ ਇੱਕ ਵਾਰੀ ਤੁਹਾਨੂੰ ਸਟੂਡੀਓ 'ਚ ਬੈਠਿਆਂ ਨੂੰ ਲੱਖ ਲੱਖ ਮੁਬਾਰਕਾਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਮੱਲਾ ਜੀ, ਜਿਹੜਾ ਤੁਸੀਂ ਸਾਰਾ ਦੱਸਿਆ ਹੈ ਕਿ ਇਹਨਾਂ ਨਿਸ਼ਾਨ ਸਾਹਿਬ ਦੀ ਮਹੱਤਤਾ, ਇਹਦੀ ਸੇਵਾ ਦੇ ਉੱਤੇ ਜੋ ਆਪ ਜੀ ਨੇ ਕਰਵਾਇਆ ਹੈ, ਇਹਦੀ ਸਾਰਿਆਂ ਪ੍ਰਬੰਧਕਾਂ ਨੂੰ, ਸੰਗਤ ਨੂੰ ਮੁੜ ਲੱਖ ਲੱਖ ਵਧਾਈ। ਦਾਸ ਵੱਲੋਂ ਨਿੱਜੀ ਤੌਰ ਦੇ ਉੱਤੇ, ਸਾਡੇ ਅਦਾਰੇ ਵੱਲੋਂ, ਗੈਟ ਪੰਜਾਬੀ ਵੱਲੋਂ ਔਰ ਸਾਡੀ ਸਾਰੀ ਟੀਮ ਵੱਲੋਂ ਵੀ।
ਇਹ ਨਿਸ਼ਾਨ ਸਾਹਿਬ ਦੀ ਸੇਵਾ ਉਸ ਮਹਾਨ ਸਮਾਗਮਾਂ ਦਾ ਹਿੱਸਾ ਸੀ ਜਿਹੜੇ ਕਿ ਸਮਾਗਮ ਕੀਤੇ ਜਾ ਰਹੇ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਗੁਰਤਾ ਗੱਦੀ ਨੂੰ ਸਮਰਪਿਤ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਗੁਰਤਾ ਗੱਦੀ ਹੈ ਉਹ ਸਾਰੇ ਸੰਸਾਰ ਦੇ ਵਿੱਚ, ਸਾਰੇ ਸਿੱਖ ਜਗਤ ਦੇ ਵਿੱਚ ਸਾਰੀ ਥਾਂ ਦੇ ਉੱਤੇ ਮਨਾਈ ਜਾਏਗੀ। ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ, ਗੁਰੂ ਗ੍ਰੰਥ ਸਾਹਿਬ ਦੇ ਬਾਰੇ ਜੋ ਕੁਝ ਕਹਿ ਲਿਆ ਜਾਏ ਉਹ ਥੋੜਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜੀ ਬਾਣੀ, ਧੁਰਕੀ ਬਾਣੀ ਆਈ, ਜਿਹੜੀ ਅਕਾਲੀ ਬਾਣੀ ਗੁਰੂ ਨਾਨਕ ਸਾਹਿਬ ਦੇ ਰਾਹੀਂ ਪ੍ਰਾਪਤ ਹੋਈ, ਇਹ ਧੁਰਕੀ ਬਾਣੀ, ਇਹਦਾ ਕੋਈ ਲਿਖਾਰੀ ਨਹੀਂ ਹੈ, ਇਹ ਤਾਂ ਧੁਰਕੀ ਬਾਣੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਹੁਕਮ ਕਰਦੇ ਸਨ ਕਿ ਮਰਦਾਨਿਆਂ ਰਬਾਬ ਛੇੜ, ਬਾਣੀ ਆਈ ਹੈ। ਇਹ ਬਾਣੀ ਜੋ ਤੁਰਕੀ ਅਕਾਲੀ ਬਾਣੀ ਸੀ, ਗੁਰੂ ਸਾਹਿਬਾਨ ਨੇ ਇਸ ਨੂੰ ਇਕੱਤਰ ਕੀਤਾ, ਗੁਰੂ ਅਰਜਨ ਸਾਹਿਬ ਨੇ ਇਸ ਦੀ ਸੰਪਾਦਨਾ ਕੀਤੀ ਔਰ ਇਸ ਦੇ ਬਾਅਦ ਇਸ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਨੂੰ ਵਿੱਚ ਸ਼ਾਮਲ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਨੂੰ ਪੂਰੀ ਤਰ੍ਹਾਂ ਸਥਾਪਿਤ ਕਰਕੇ ਔਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਦੇ ਵਿੱਚ ਆਪਣੀ ਜੋਤ ਰੱਖੀ। ਕੱਲ ਜਿਹੜੇ ਸਮਾਗਮ ਹੋਣੇ ਹਨ, ਜਿਹੜਾ ਮਹਾਨ ਨਗਰ ਕੀਰਤਨ ਹੋਣਾ ਹੈ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਕਿਵੇਂ ਕੋਈ ਕਿਤਾਬ ਵੀ, ਕੋਈ ਗ੍ਰੰਥ ਵੀ, ਕੋਈ ਪੋਥੀ ਵੀ ਇਸ ਨੂੰ ਗੁਰੂ ਦਾ ਰੁਤਬਾ ਮਿਲ ਸਕਦਾ ਹੈ। ਇਹ ਬਹੁਤ ਹੀ ਇੱਕ ਮਿਸਟਿਸਿਜ਼ਮ ਦੀ ਗੱਲ ਕਹਿ ਲਈਏ, ਇੱਕ ਰਹੱਸਵਾਦ ਦੀ ਗੱਲ ਕਰ ਲਈਏ, ਇਹ ਗੁਰੂ ਗ੍ਰੰਥ ਸਾਹਿਬ ਦੇ ਮਿਸਟਿਸਿਜ਼ਮ ਦੇ ਉੱਤੇ ਇੱਕ ਬਹੁਤ ਹੀ ਵਿਲੱਖਣ ਜਿਹੜਾ ਵਿਸ਼ਾ ਹੈ ਉਹ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੂਰੇ ਦਾ ਪੂਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਓਂਕਾਰ ਤੋਂ ਲੈ ਕੇ 8-10-20 ਤੱਕ ਇਹ ਪੂਰੇ ਦੇ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰ ਲਿਆ ਜਾਏ, ਗੁਰੂ ਨਾਨਕ ਸਾਹਿਬ ਦੇ ਪਿਤਾ ਦਾ ਨਾਮ ਨਹੀਂ ਮਿਲੇਗਾ, ਉਹਨਾਂ ਦੇ ਪਿੰਡ ਦਾ ਨਾਮ ਨਹੀਂ ਮਿਲੇਗਾ। ਇਹ ਇਸ ਵਿੱਚ ਅਗਰ ਹੈ ਤਾਂ ਕੇਵਲ ਇੱਕ ਅਕਾਲ ਪੁਰਖ ਦੀ ਗੱਲ ਹੈ, ਕੇਵਲ ਇੱਕ ਵਾਹਿਗੁਰੂ ਦੀ ਗੱਲ ਹੈ, ਕੇਵਲ ਉਸ ਅਜ਼ੀਮ ਪਰਮਾਤਮਾ ਦੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਦੇ ਬਾਰੇ ਜੇ ਕੁਝ ਲਫ਼ਜ਼ ਕਹਿ ਲਏ ਜਾਣ ਕਿ ਸਭ ਤੋਂ ਪਹਿਲਾਂ ਤਾਂ ਇਹ ਕਿਸੇ ਇਲਾਕੇ ਦੇ ਵਿਅਕਤੀਆਂ ਲਈ ਨਹੀਂ ਹੈ, ਕਿਸੇ ਧਰਮ ਦੇ ਮੰਨਣ ਵਾਲਿਆਂ ਲਈ ਨਹੀਂ ਹੈ, ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਹੈ, ਇਹ ਤਾਂ ਸਾਰੀ ਆਮ ਲੋਕਾਈ ਲਈ, ਸਾਰੀ ਲੋਕਾਈ ਲਈ ਹੈ। ਇਹ ਜੋ ਬਾਣੀ ਦਾ ਪ੍ਰਵਾਹ ਜਦੋਂ ਗੁਰੂ ਨਾਨਕ ਸਾਹਿਬ ਨੇ ਜਿਸ ਨੂੰ ਆਰੰਭਿਆ, ਪੰਥਕ ਕਵੀ ਤੇਜਾ ਸਿੰਘ ਸਾਬਰ ਨੇ ਉਹਨਾਂ ਦਾ ਜ਼ਿਕਰ ਕਰਦਿਆਂ ਬੜੇ ਹੀ ਪਿਆਰੇ ਲਫ਼ਜ਼ ਵਰਤੇ। ਉਹ ਕਹਿੰਦੇ ਹਨ, ਸੁੱਕੀ ਜੀ ਲੱਕੜੀ ਨੂੰ ਇੱਕ ਦੋ ਨੇ ਤਾਰਾਂ, ਜਦੋਂ ਨਾਲ ਗਾਵੇ ਨਸ਼ਾ ਹੁੰਦਾ ਜਾਂਦਾ ਹੈ। ਬੜੇ ਸੋਹਣੇ ਸੋਹਣੇ, ਬੜੇ ਮਿੱਠੇ ਮਿੱਠੇ ਉਹ ਨਗਮੇ ਸੁਣਾਉਂਦਾ ਹੈ। ਕਰਤਾਰ 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 ਕਹਿੰਦਾ ਤੇ ਸੱਚਮੁੱਚ ਹੀ ਕਰਤਾ ਉਹ ਦਿਸਦਾ ਦਸਾਂਦਾ ਹੈ। ਹਾਂ ਜੀ, ਕਿਸੇ ਨੇ ਕਿਤੇ ਇਸ ਤਰ੍ਹਾਂ ਦਾ ਕੋਈ ਫਿਰਦਾ ਫਿਰਾਂਦਾ ਉਹ ਰਾਗੀ ਵੀ ਡਿੱਠਾ। ਕਿਉਂ ਜੀ, ਕਿਸੇ ਨੇ ਕਿਤੇ ਇਸ ਤਰ੍ਹਾਂ ਦਾ ਕੋਈ ਫਿਰਦਾ ਫਿਰਾਂਦਾ ਰਬਾਬੀ ਵੀ ਡਿੱਠਾ। ਇਹ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਉਸ ਬਾਣੀ ਦਾ ਪ੍ਰਚਾਰ ਔਰ ਪ੍ਰਸਾਰ ਕੀਤਾ। ਉਹਨਾਂ ਨੇ ਉਸ ਦੁਖੀ ਮਾਨਵਤਾ ਨੂੰ ਲੈ ਕੇ ਸਾਰੇ ਸੰਸਾਰ ਦਾ ਚੱਕਰ ਲਾਇਆ ਔਰ ਇੱਕ ਗੱਲ ਕਹੀ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਮਨ ਨੂੰ ਨਹੀਂ, ਤਨ ਦੀ ਗੱਲ ਕੀਤੀ। ਤਨ ਨੂੰ ਵੀ ਬਾਣੀ ਨਹੀਂ ਵਿਸਰਨੀ ਚਾਹੀਦੀ। ਬਾਣਾ ਔਰ ਬਾਣੀ ਦੀ ਸ਼ੁਰੂਆਤ ਆਰੰਭ ਕਰਦੇ ਹਾਂ ਇਹ ਕਿ ਕੇਵਲ ਬਾਣੀ ਮਨ ਕਰਕੇ ਨਹੀਂ, ਤਨ ਦੇ ਉੱਤੇ ਵੀ ਉਸ ਦਾ ਅਸਰ ਹੋਣਾ ਚਾਹੀਦਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇੱਕ ਹੋਰ ਵਿਲੱਖਣਤਾ ਕਿ ਗੁਰੂ ਸਾਹਿਬ ਨੇ ਇਸ ਦੀ ਸੰਪਾਦਨਾ ਖੁਦ ਆਪਣੀ ਹਯਾਤੀ ਦੇ ਵਿੱਚ, ਆਪਣੇ ਜੀਵਨ ਕਾਲ ਵਿੱਚ ਕੀਤੀ। ਬਾਕੀ ਜਿਤਨੇ ਵੀ ਧਰਮ ਗ੍ਰੰਥ ਹਨ, ਉਹਨਾਂ ਸਾਰਿਆਂ ਨੂੰ ਉਹਨਾਂ ਦੇ ਲਿਖਣ ਵਾਲੇ, ਉਹਨਾਂ ਦੇ ਰਚਣਹਾਰਿਆਂ ਦੇ
ਉਹਨਾਂ ਦੇ ਇਸ ਸੰਸਾਰ ਤੋਂ ਚਲੇ ਜਾਣ ਦੇ ਬਾਅਦ ਲਿਖੀ ਗਈ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਇਹ ਗੁਰੂ ਸਾਹਿਬ ਨੇ ਖੁਦ ਕੀਤੀ, ਔਰ ਨਾ ਕੇਵਲ ਖੁਦ ਕੀਤੀ, ਉਹਦੇ ਤੇ ਮੋਹਰ ਲਗਾ ਦਿੱਤੀ। ਉਹਦੇ ਤੇ ਮੁੰਦਾਵਣੀ ਇੱਕ ਲਫ਼ਜ਼ ਹੁੰਦਾ ਹੈ ਕਿ ਮੋਹਰ ਲਗਾ ਦੇਣੀ, ਕਿ ਇਸ ਤੋਂ ਬਾਅਦ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ, ਕੋਈ ਅੱਖਰ ਨਹੀਂ ਤਬਦੀਲ ਹੋ ਸਕਦਾ। ਹਾਂ, ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹਨ ਦੀ ਲੋੜ ਹੈ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਦੀ ਲੋੜ ਨਹੀਂ। ਸਾਨੂੰ ਇਸ ਤੋਂ ਸਿੱਖਣਾ ਚਾਹੀਦਾ, ਸਾਨੂੰ ਗੁਰੂ ਤੋਂ ਸਮਝਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦੇ ਇਹਨਾਂ ਮਹਾਨ ਜਿਹੜਾ ਵਿਰਸਾ ਹੈ, ਇਹ ਜਿਹੜਾ ਮਹਾਨ ਖਜ਼ਾਨਾ ਹੈ, ਇਹ ਜਿਹੜਾ ਵਡਮੁੱਲਾ ਖਜ਼ਾਨਾ ਹੈ, ਗੁਰੂ ਸਾਹਿਬ ਨੇ ਜੋ ਸਾਰੀ ਲੋਕਾਈ ਲਈ ਪੇਸ਼ ਕੀਤਾ ਹੈ। ਗੁਰੂ ਸਾਹਿਬ ਦੇ ਬਾਰੇ, ਗੁਰੂ ਗ੍ਰੰਥ ਸਾਹਿਬ ਦੇ ਬਾਰੇ ਇੱਕ ਗੱਲ ਅਗਰ ਕਹਿ ਲਈ ਜਾਏ, ਅਤਕਥਨੀ ਨਹੀਂ ਹੋਏਗੀ। ਜਿਵੇਂ ਆਮ ਕਿਹਾ ਜਾਂਦਾ ਹੈ, ਜਿਵੇਂ ਜ਼ਿਕਰ ਕੀਤਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਬਾਰੇ, ਕਿ ਜਿਵੇਂ ਕਿਸੇ ਬਹੁਤ ਹੀ ਧਨਾੜ ਵਿਅਕਤੀ ਦੇ ਸੰਤਾਨ ਉਸ ਦੇ ਜਾਣ ਦੇ ਬਾਅਦ ਬੜੀ ਮੁਫਲਿਸੀ ਵਿੱਚ, ਬੜੀ ਗਰੀਬੀ ਵਿੱਚ ਆ ਗਈ। ਉਹਨਾਂ ਦੇ ਕੋਲ ਕੋਈ ਸਾਧਨ ਨਹੀਂ ਸਨ। ਸੋ ਉਹਦੇ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਹੈ, ਇਹ ਵੀ ਸਾਡੇ ਕੋਲ ਉਸੇ ਤਰ੍ਹਾਂ ਦਾ ਖਜ਼ਾਨਾ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਸਾਨੂੰ ਇਸ ਖਜ਼ਾਨੇ ਨੂੰ ਵਰਤਣ ਦੀ ਜਾਚ ਆਉਣੀ ਚਾਹੀਦੀ ਹੈ, ਇਸ 'ਚੋਂ ਹਾਸਲ ਕਰਨੀ ਚਾਹੀਦੀ ਹੈ। ਆਓ ਤੁਹਾਨੂੰ ਮੁੜ ਯੂਬਾ ਸਿਟੀ ਵਿੱਚ ਲੈ ਚਲਦੇ ਹਾਂ, ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰਾਂ ਦੀ ਸੇਵਾ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ अपनी बोली अपनी पहचान, पंजाबी हर महफिल दी जान, पंजाबियां दी है वखरी शान। अपनी बोली अपनी पहचान, अपनी बोली अपनी पहचान, पंजाबी हर महफिल दी जान, पंजाबियां दी है वखरी शान। अपनी बोली अपनी पहचान, अपनी बोली अपनी पहचान, पंजाबी हर महफिल दी जान, पंजाबियां दी है वखरी शान। अपनी बोली अपनी पहचान, अपनी बोली अपनी पहचान, पंजाबी हर महफिल दी जान, पंजाबियां दी है वखरी शान। अपनी बोली अपनी पहचान, अपनी बोली अपनी पहचान, पंजाबी हर महफिल दी जान, पंजाबियां दी है वखरी शान। अपनी बोली अपनी पहचान, अपनी बोली अपनी पहचान, पंजाबी हर महफिल दी जान, पंजाबियां दी है वखरी शान। अपनी बोली अपनी पहचान, अपनी बोली अपनी पहचान, पंजाबी